there is no difference between men and women. Well, then why do we celebrate the birth of a boy more than the birth of a girl? I think these are questions we need to think about, and hopefully today, through the speeches, we can start to put answers to our questions, and hopefully we can change for the better and for the better of our Sikhi and of our children. Thank you very much. Vaheguru Ji Ka Khalsa, Vaheguru Ji Ki Fateh.
वैसे आम तौर पर असी सारे जने बिच इनवॉल्व है पर स्पैशली बीबियां की खातर ये एड्रैस हैगा तो वैसे तो हम बच्चों ने कितना सोहना सम अप कर दिता सारा कुछ कीर्तन के दसिया कि तुम अमृत छको तो बाइबल का नाम जपो आई थिंक दैट्स मोर दैन वी शुड एक्सैप्ट इट यू नो इट्स मोर दैन वी शुड से दैट इट्स एडिक्वेट पर मैं थोड़ा ना थोड़ा जिहा अज थोड़ी बेनती मैं थोड़े बारे बेनती करता है कि मैंने माफ़ करना मैं थोड़ा जिहा टाइम थोड़ा ज़्यादा ले लेना है तो वो हैगा भी असी की हाँ कित्थों आए हाँ कित्थे जाना है तो असी की करते हैं
ਇਹ ਹੈਗਾ ਸਾਰਾ ਕੁਛ ਵੀ ਇੱਥੇ ਆਏ ਕਾਹਦੇ ਵਾਸਤੇ ਹੈਗੇ ਆ ਤੇ ਫਿਰ ਅਸੀਂ ਕਰਨਾ ਕੀ ਹੈਗਾ ਪਰ ਅਸੀਂ ਕਰਦੇ ਕੀ ਹੈਗੇ ਆ। ਮਹਾਰਾਜ ਨੇ ਸਾਨੂੰ ਮੈਂ ਜੋ ਕੁਛ ਵੀ ਹੈਗਾ ਸਿਰਫ ਤੇ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਤੁਹਾਨੂੰ ਐਡਰੈਸ ਕਰਨਾ ਹੈਗਾ। ਮੇਰੀਆਂ ਤਾਂ ਆਪਣੀਆਂ ਗਲਤੀਆਂ ਬਥੇਰੀਆਂ ਹੋਈਆਂ ਹੈਗੀਆਂ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹੈਗਾ ਕਿ ਜੋ ਸਾਨੂੰ ਗੁਰੂ ਸਾਹਿਬ ਜੀ ਦੱਸਦੇ ਹੈਗੇ ਆ ਉਹਦੇ ਉੱਤੇ ਸਾਨੂੰ ਜ਼ਰੂਰ ਅਸਰ ਕਰਨਾ ਚਾਹੀਦਾ ਹੈਗਾ। ਸਾਨੂੰ ਮਹਾਰਾਜ ਬਾਣੀ ਵਿੱਚ ਦੱਸਦੇ ਹੈਗੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। O my mind, you are the embodiment of the divine light. Recognize your own origin. ਆਪਣੇ ਆਪ ਨੂੰ ਪਛਾਣੋ ਕਿ ਤੁਸੀਂ ਕਿੱਥੋਂ ਆਏ ਹੈਗੇ ਆ, ਤੁਸੀਂ ਕੀ ਹੈਗੇ ਆ। ਜਿਸ ਤਰ੍ਹਾਂ ਫਰਜ਼ ਕਰੋ ਇਹ ਬੋਡੀ ਜਿਹੜੀ ਹੈਗੀ ਆ ਇਹ ਸਜੀਵ ਨਹੀਂ ਹੈਗਾ, ਇਸ ਨੂੰ ਇਹ ਬੋਡੀ ਇਸ ਜਨਮ ਦੇ ਵਿੱਚ ਮਿਲੀ ਹੈਗੀ ਆ, ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚ ਪਹਿਲਾਂ ਇਹ ਜਿਹੜੀ ਹੈਗੀ ਆਤਮਾ ਘੁੰਮ ਕੇ ਆਈ ਹੈਗੀ ਆ। We are the spiritual beings having the experience of human beings. ਹੁਣ ਮੈਂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਤੁਹਾਨੂੰ 4-5 ਸ਼ਲੋਕ ਦੱਸਦਾ ਹੈਗਾ ਜਿਹੜਾ ਕਿ ਸਾਨੂੰ ਦੱਸਦੇ ਕਿ ਅਸੀਂ ਕਿੱਥੋਂ ਆਏ ਹੈਗੇ ਆ ਤੇ ਸਾਨੂੰ ਕੀ ਕਰਨਾ ਚਾਹੀਦਾ ਹੈਗਾ। ਉਹ ਹੈਗਾ ਕਵਨ ਗੁਣ ਪ੍ਰਾਣਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧਵਲਹੀਨੀ ਮੈਂ ਪ੍ਰਦੇਸਣ ਦੂਰ ਤੋਂ ਆਈ, ਨਾ ਹੈ ਨਾ ਦਰਬ ਨਾ ਜੋਬਨ ਮਾਤੀ ਮੋਏ ਨਾਤੀ ਕਰੋ ਸਮਾਈ। ਉਹ ਕਹਿੰਦੇ ਮਹਾਰਾਜ ਕਹਿੰਦੇ ਆ ਸਾਨੂੰ ਵੀ ਨਾ ਤਾਂ ਮੇਰੇ ਵਿੱਚ ਕੋਈ ਗੁਣ ਹੈਗਾ, ਕਵਨ ਗੁਣ ਪ੍ਰਾਣਪਤ ਮਿਲੋ ਮੇਰੀ ਮਾਈ, ਇਹ ਮੇਰੀ ਮਾਂ ਹੈ, ਮੈਂ ਕਿਹੜੇ ਗੁਣ ਕਰਾਂ, ਮੈਂ ਕੀ ਕਰਾਂ ਤਾਂ ਕਿ ਮੈਨੂੰ ਉਹ ਸੱਚਾ ਪਾਤਸ਼ਾਹ ਵਾਹਿਗੁਰੂ ਮਿਲ ਸਕੇ। ਰੂਪਹੀਨ ਨਾ ਤਾਂ ਮੇਰੇ ਵਿੱਚ ਕੋਈ ਰੂਪ ਹੈਗਾ, ਬੁੱਧਵਲਹੀਨੀ ਨਾ ਮੇਰੇ ਵਿੱਚ ਕੋਈ ਅਕਲ ਹੈਗੀ ਆ ਤੇ ਨਾ ਮੇਰੇ ਵਿੱਚ ਕੋਈ ਸਟਰੈਂਥ ਹੈਗੀ ਆ ਤੇ ਮੈਂ ਪ੍ਰਦੇਸੋਂ ਦੂਰ ਤੋਂ ਆਈ, ਮੈਂ ਬਹੁਤ ਦੂਰੋਂ ਚੱਲ ਕੇ ਆਈ ਹੈਗੀ। ਦੂਰ ਦਾ ਮਤਲਬ ਹੈਗਾ ਵੀ ਮੇਰੀ ਜਿਹੜੀ ਹੈ ਆਤਮਾ ਉਹ ਭਟਕਦੀ ਆਈ ਹੈਗੀ ਆ। ਤਾਂ ਫਿਰ ਮਹਾਰਾਜ ਫਿਰ ਕਹਿੰਦੇ ਹੈਗੇ ਆ ਫਿਰ ਪ੍ਰਭ ਆਇਆ ਪਰਿਓ ਤੋਂ ਸਰਨਾਈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮੈਂ ਬਹੁਤ ਜਗ੍ਹਾ ਤੋਂ ਮੇਰੀ ਆਤਮਾ ਭਟਕਦੀ ਆ ਰਹੀ ਹੈਗੀ, ਫਿਰ ਪ੍ਰਭ ਆਇਓ, ਫਿਰ ਮੈਂ ਤੇਰੇ ਕੋਲ ਆਇਆ ਹੈਗਾ, ਪਰਿਓ ਤੋਂ ਸਰਨਾਈ ਮੈਂ ਤੇਰੀ ਸ਼ਰਨ ਵਿੱਚ ਆਇਆ ਹੈਗਾ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਨਾਨਕ ਦੇਵ ਜੀ ਮਹਾਰਾਜ ਦੇ ਕਦਮ ਅਨੁਸਾਰ ਅਸੀਂ ਤੇਰੀ ਭਗਤੀ ਦੇ ਵਿੱਚ ਆਏ ਗਏ ਹਾਂ ਤੇ ਮੇਰੀ ਬੇਨਤੀ ਹੈ ਕਿ ਤੂੰ ਆਪਣੀ ਭਗਤੀ ਦੇ ਵਿੱਚ ਸਾਨੂੰ ਲਾ ਦੇ। ਫਿਰ ਅੱਗੇ ਹੈਗਾ ਸ਼ਬਦ ਬਹੁਤ ਜਨ, ਇਹ ਭਗਤ ਰਵਿਦਾਸ ਜੀ ਦਾ ਹੈਗਾ ਇੱਕ ਸ਼ਬਦ, ਉਹਦੇ ਵਿੱਚ ਹੈਗਾ ਬਹੁਤ ਜਨਮ ਵਿਸ਼ੇ ਤੇ ਮਾਧੋ ਇਹ ਜਨਮ ਤੁਹਾਰੇ ਲੇਖੇ। ਤੇ ਇਹ ਜਨਮ ਖਰੇ ਅਸੀਂ ਕਿੰਨੇ ਕੁ ਜਨਮਾਂ ਦੇ ਵਿੱਚੋਂ ਭਟਕਦੇ ਆ ਰਹੇ ਹੈਗੇ ਆ ਤੇ ਮੈਂ ਚਾਹੁੰਦਾ ਹੈਗਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿ ਇਹ ਜਿਹੜਾ ਮੇਰਾ ਜਨਮ ਹੈਗਾ ਇਹ ਸੱਚੇ ਪਾਤਸ਼ਾਹ ਜੀ ਇਹ ਤੇਰੇ ਲੇਖੇ ਲੱਗ ਜਾਵੇ। ਮਹਾਰਾਜ ਅਰਜਨ ਦੇਵ ਜੀ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹੈਗੇ ਆ ਹੁਣ ਕੀ ਹੋਇਆ ਹੈਗਾ ਵੀ ਭਟਕਦੇ ਤਾਂ ਆ ਗਏ, ਅਸੀਂ ਬਹੁਤ ਘੁੰਮਦੇ ਆ ਗਏ ਹੈਗੇ, ਸਾਡੀ ਆਤਮਾ ਘੁੰਮਦੀ ਆਈ ਹੈਗੀ ਆ ਤੇ ਹੁਣ ਇੱਥੇ ਆ ਗਏ ਹੈਗੇ ਆ ਤੇ ਹੁਣ ਕੀ ਕਰੀਏ। ਮਹਾਰਾਜ ਆਪੇ ਵੀ ਕਹਿੰਦੇ ਸਾਨੂੰ ਸਾਡੇ ਉੱਤੇ ਕਿਰਪਾ ਕਰਕੇ ਕਹਿੰਦੇ ਹੈਗੇ ਆ ਭਈ ਪ੍ਰਾਪਤ ਮਾਨਕ ਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਕੀ ਹੈਗਾ ਵੀ ਸਾਨੂੰ ਮਾਨਕ ਦੀ ਦੇਹ ਮਿਲ ਗਈ ਹੈਗੀ ਆ, ਭਈ ਪ੍ਰਾਪਤ ਮਾਨਕ ਦੇ ਹੋਈ ਆ। ਹੁਣ ਇਸ ਮਿਲ ਤਾਂ ਕਹੀ ਹੈਗੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਟਾਈਮ ਵਿੱਚ ਤਾਂ ਸੋਚ ਇਹ ਬੰਦੇ ਤੂੰ ਸੋਚ ਇਸ ਜਨਮ ਦੇ ਵਿੱਚ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨਾ ਕਾਮ, ਹੋਰ ਕੰਮ ਜਿਹੜੇ ਹੈਗੇ ਤੂੰ ਕਰਦਾ ਇੱਧਰ ਉੱਧਰ ਕਰਦੇ ਹੈਗੇ ਆ ਉਹ ਕਿਸੇ ਵੀ ਕੰਮ ਦੇ ਨਹੀਂ ਹੈਗੇ। ਅਵਰ ਕਾਜ ਤੇਰੇ ਕਿਤਨਾ ਕਾਮ ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਇਹ ਸਾਧ ਸੰਗਤ ਦੇ ਵਿੱਚ ਰਲ ਕੇ ਜੋ ਕਿ ਇੱਕ ਪਵਿੱਤਰ ਸਿਚੁਏਸ਼ਨ ਹੁੰਦੀ ਹੈਗੀ ਆ, ਐਨਵਾਇਰਮੈਂਟ ਹੁੰਦਾ ਹੈਗਾ, ਉਹਦੇ ਵਿੱਚ ਰਲ ਕੇ ਪਵਿੱਤਰ ਆਤਮਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਰਲ ਕੇ ਤੂੰ ਪਰਮਾਤਮਾ ਦੇ ਗੁਣ ਗਾਇਆ ਕਰ। ਫਿਰ ਜਿਸ ਲਈ ਤੇਰੀ ਇਹ ਅਵਸਥਾ ਹੋ ਜਾਊਗੀ ਕਿ ਤੂੰ ਮਤਲਬ ਵਾਹਿਗੁਰੂ ਦਾ ਭਜਨ ਕਰਿਆ ਕਰੂੰਗਾ ਤਾਂ ਫਿਰ ਮਹਾਰਾਜ ਕੀ ਕਹਿੰਦੇ ਹੈਗੇ ਆ ਫਿਰ ਅਸੀਂ ਇਸ ਵਾਹਿਗੁਰੂ ਦੇ ਨਾਲ ਉਸ ਪਰਮਾਤਮਾ ਨਾਲ ਮਿਲਣਾ। ਕਿੱਦਾਂ ਕਹਿੰਦੇ ਹੈਗੇ ਆ ਮਿਟ ਕੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ। ਤੇ ਜਿਹੜੇ ਸਾਰੇ ਜਿਹੜੇ ਡਿਫਰੈਂਸਿਸ ਹੈਗੇ ਉਹ ਮਿਟ ਜਾਂਦੇ ਹੈਗੇ ਆ। ਮਿਟ ਕੇ ਗਵਨ ਪਾਏ ਵਿਸਰਾਮ, ਫਿਰ ਵਿਸਰਾਮ ਦਾ ਕੀ ਮਤਲਬ ਹੁੰਦਾ ਸਟਾਪੇਜ, ਫੁੱਲ ਸਟਾਪ। ਫਿਰ ਜਿਹੜੀ ਸਾਡੀ ਆਤਮਾ ਹੈਗੀ ਆ ਇਹ ਭਟਕਦੀ ਨਹੀਂ, ਫਿਰ ਇਸ ਨੂੰ ਫੁੱਲ ਸਟਾਪ ਲੱਗ ਜਾਂਦਾ ਹੈਗਾ ਕਿਉਂਕਿ ਫਿਰ ਕੀ ਹੁੰਦਾ ਹੈਗਾ ਇਹ ਪਰਮਾਤਮਾ ਵਿੱਚ ਰਲ ਗਈ ਤਾਂ ਫਿਰ ਇੱਕ ਜੇ ਬੂੰਦ ਸਮੁੰਦਰ ਦੇ ਵਿੱਚ ਰਲ ਗਈ ਤਾਂ ਫਿਰ ਉਸ ਬੂੰਦ ਨਹੀਂ ਰਹੀ ਉਹ ਫਿਰ ਸਮੁੰਦਰ ਬਣ ਗਈ ਹੈਗੀ ਆ ਤੇ ਇਸ ਵਾਸਤੇ ਸਾਡਾ ਛੁਟਕਾਰਾ ਹੋ ਜਾਣਾ ਹੈਗਾ। ਸੌਰੀ ਮੈਂ ਤੁਹਾਨੂੰ ਜਿੱਦਾਂ ਬੇਨਤੀ ਕੀਤੀ ਸੀ ਵੀ ਥੋੜਾ ਟਾਈਮ ਮੈਂ ਜ਼ਿਆਦਾ ਲਿਆਣਾ ਹੈਗਾ ਤੇ ਪਰ ਅਸੀਂ ਕਰਦੇ ਕੀ ਹੈਗੇ ਆ। ਹੁਣ ਤੁਹਾਨੂੰ ਪਤਾ ਹੈਗਾ ਵੈਸੇ ਗੁਰਮਤਿ ਵਿੱਚ ਜਿਹੜੇ ਅਸੀਂ ਨਾ ਕਈ ਗੱਲਾਂ ਕਰਦੇ ਹੈਗੇ ਆ
ਉਸ ਬਿਲਕੁਲ ਐਕਸੈਪਟੇਬਲ ਨਹੀਂ ਹੈਗੀਆਂ, ਪਰ ਅਸੀਂ ਹਟਦੇ ਨਹੀਂ। ਮੈਂ ਦੇਖਿਆ ਹੈਗਾ ਕਿ ਦਿਨੋਂ ਦਿਨ ਸਾਡੇ ਜਿਹੜੀਆਂ ਉਹ ਕੁਰੀਤੀਆਂ ਹੈਗੀਆਂ ਉਹ ਵੱਧਦੀਆਂ ਗਈਆਂ ਹੈਗੀਆਂ। ਮੈਂ ਤੁਹਾਨੂੰ ਥੋੜ੍ਹੀ ਜਿਹੀ ਐਗਜ਼ਾਮਪਲ ਦੱਸਦਾ ਹੈਗਾ। ਗੁਰਮਤ ਵਿੱਚ ਜਾਦੂ ਟੂਣੇ, ਧਾਗੇ ਤਵੀਜ਼, ਵਰਤ ਰੱਖਣੇ, ਆਰਤੀਆਂ ਕਰਨੀਆਂ, ਨਾਰੀਅਲ ਤੋੜਨੇ, ਤੇਲ ਚੋਣਾ, ਸੂਤਕ ਬੰਨਣੇ, ਦਿਨਾਂ ਦਾ ਵਿਚਾਰ ਕਰਨਾ, ਨਛੱਤਰਾਂ ਦਾ ਭਰਮ, ਮੱਸਿਆ ਪੁੰਨਿਆਂ 'ਤੇ ਨਹਾਉਣ ਜਾਣਾ, ਟੇਵੇ ਲਵਾਉਣੇ, ਕੁੰਡਲੀਆਂ ਬਣਾਉਣੀਆਂ, ਪਾਣੀ ਵਾਰਨੇ, ਨੰਗੀ ਪੈਰੀ ਤੁਰਨਾ, ਮੰਤਰ ਪੜ੍ਹਨੇ, ਧੂਣੀਆਂ ਜਾਂ ਧੂਪ ਚਲਾਉਣੇ, ਜੋਤਾਂ ਜਗਾਉਣੀਆਂ, ਤੀਰਥਾਂ 'ਤੇ ਜਾਣਾ ਅਤੇ ਹੋਰ ਅਜਿਹੇ ਕਈ ਵਿਪਰਨ ਕੇ ਰੀਤ ਹੁੰਦੇ ਹੈਗੇ ਆ ਜਿਹੜੇ ਕਿ ਗੁਰਮਤ ਵਿੱਚ ਨਹੀਂ ਹੈਗੇ। ਹਾਂ, ਇਹ ਕੁਝ ਹੈਗੇ ਆ ਜਿਹੜੇ ਕਿ ਇਟਸ ਨਾਟ in the principles of the Gurmat, but sometime we accept them as a sort of in the life of traditional life, ਉਹਦੇ ਵਿੱਚ ਅਸੀਂ ਮੰਨ ਲੈਂਦੇ ਹੈਗੇ ਆ। ਜਿਸ ਤਰ੍ਹਾਂ ਭਾਈ ਸਾਹਿਬ ਮੇਰੇ ਨਾਲ ਸੀਗੇ ਅੱਜ ਤੇਲ ਚੋਣੇ, ਜਿਸ ਤਰ੍ਹਾਂ ਬੀੜ ਅੰਦਰ ਆਉਂਦੀ ਹੈਗੀ ਆ ਦਰਬਾਰ ਸਾਹਿਬ ਦੇ ਵਿੱਚ, ਚਾਹੇ ਸੁਖਮਨੀ ਸਾਹਿਬ ਦੇ ਪਾਠ ਵਾਸਤੇ ਆਵੇ ਤੇ ਚਾਹੇ ਹੋਰ ਮਤਲਬ ਸਹਿਜ ਪਾਠ ਵਾਸਤੇ ਆਵੇ, ਤਾਂ ਸਭ ਤੋਂ ਪਹਿਲਾਂ ਅਸੀਂ ਇਹ ਕੀ ਕਰਦੇ ਹੈਗੇ ਆ, ਜਿਸ ਵੇਲੇ ਮਹਾਰਾਜ ਦੀ ਬੀੜ ਆਉਂਦੀ ਹੈਗੀ ਆ ਅਸੀਂ ਤੇਲ ਚੋਣੇ ਹੈਗੇ ਆ। ਤੇ ਜਿਸ ਗੱਲੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਟਾਉਂਦੇ ਹੈਗੇ ਆ, ਉਹ ਹਾਲੇ ਅੰਦਰ ਤਾਂ ਮਤਲਬ ਪੈਰ ਨਹੀਂ ਰੱਖਦੇ ਹੈਗੇ, ਅਸੀਂ ਪਹਿਲਾਂ ਉਹ ਕੁਕਰਮ ਕਰਨ ਲੱਗ ਪੈਂਦੇ ਹੈਗੇ ਆ। ਵੈਸੇ ਤੁਹਾਨੂੰ ਪਤਾ ਨਾ, ਮੈਂ ਮਾੜੀ ਜਿਹੀ ਦੱਸ ਦਿੰਦਾ ਐਗਜ਼ਾਮਪਲ ਕਿ ਤੇਲ ਕਿੱਦਾਂ ਚੋਂਦੇ ਹੁੰਦੇ ਸੀਗੇ। ਬਹੁਤ ਚਿਰ ਪਹਿਲਾਂ ਅਪ ਤੋਂ ਅਬਾਊਟ 300 years ago ਜਿਹੜੇ ਦਰਵਾਜ਼ੇ ਸੀ ਨਾ, ਇਹ ਨਾ ਤਾਂ ਇਹ PVC ਦੇ PVC ਦੇ ਸੀਗੇ, ਨਾ ਕੋਈ ਸੋਹਣੀਆਂ ਲੱਕੜੀਆਂ ਸੀਗੇ। ਇਹ ਵੱਡੇ ਵੱਡੇ ਦਰਖਤ ਵੱਢ ਕੇ ਨਾ ਉਹਨਾਂ ਦੇ ਵੱਡੇ ਵੱਡੇ ਨਾ ਕੋਈ ਹਿੰਜਸ ਹੁੰਦੇ ਸੀਗੇ, ਤਾਂ ਉੱਦਾਂ ਹੀ ਵਿੱਚ ਗੱਡ ਦਿੰਦੇ ਹੁੰਦੇ ਸੀਗੇ। ਤਾਂ ਉਹ ਥੋੜ੍ਹੇ ਚਿਰਾਂ ਬਾਅਦ ਚੀਕਣ ਲੱਗ ਪੈਂਦੇ ਸੀਗੇ, ਤਾਂ ਫਿਰ ਉਹ ਚੀਕਦੇ ਚੰਗੇ ਨਹੀਂ ਸੀ ਲੱਗਦੇ। ਜਿਹੜੇ ਕੋਈ ਪ੍ਰਾਹੁਣਾ ਆਉਂਦਾ ਹੁੰਦਾ ਸੀਗਾ ਤਾਂ ਉਹਦੇ ਫਿਰ ਜਿਹੜੇ ਪੈਰ ਹੁੰਦੇ ਸੀ ਉਹਦੇ ਵਿੱਚ ਤੇਲ ਜਿਹਾ ਪਾਉਂਦੇ ਸੀ, ਵੀ ਚੀਕਣੋਂ ਹਟ ਜਾਂਦੇ ਹੁੰਦੇ ਸੀਗੇ। ਤਾਂ ਅਸੀਂ ਕਿਹਾ ਖਰੇ ਇਹ ਵੀ ਮਤਲਬ ਜ਼ਰੂਰੀ ਹੈਗਾ ਵੀ ਇੱਦਾਂ ਕਰਨੀ ਜ਼ਰੂਰੀ ਚਾਹੀਦੀ ਹੈਗੀ ਆ। ਹੁਣ ਉਹ ਤਾਂ 200-300 ਸਾਲ ਪਹਿਲਾਂ ਸੀਗੀ ਗੱਲ, ਅਸੀਂ ਕਾਹਤੇ ਕਰਦੇ ਹੈਗੇ ਆ। ਤੇ ਇਹ ਮਤਲਬ ਸਾਨੂੰ ਹਟਣਾ ਚਾਹੀਦਾ ਹੈਗਾ। ਇੱਕ ਵਾਰ ਤੁਹਾਨੂੰ ਛੋਟੀ ਐਗਜ਼ਾਮਪਲ ਦੱਸਦਾ। ਥੋੜ੍ਹੇ ਚਿਰ ਪਹਿਲਾਂ ਇੱਕ ਲੜਕੀ ਸੀਗੀ, ਮੇਰੇ ਕੋਲ ਪੜ੍ਹਦੀ ਹੁੰਦੀ ਸੀਗੀ। ਮੈਂ ਤੁਹਾਨੂੰ ਵੈਸੇ ਐਗਜ਼ਾਮਪਲ ਤਾਂ ਭਾਵੇਂ ਸਾਰਾ ਰਾਤ ਹੀ ਦੱਸਦਾ ਹਾਂ, ਪਰ ਮੈਂ ਤੁਹਾਨੂੰ ਥੋੜ੍ਹੀ ਜਿਹੀ ਦੱਸਣੀ ਹੈਗੀਆਂ। ਉਹ ਮੇਰੇ ਕੋਲ ਆਈ, ਕਹਿੰਦੀ ਸਰ, ਕਹਿੰਦੀ ਹੈ ਕਿ ਮੇਰੀ ਸੱਸ ਨੇ ਮੈਨੂੰ ਕਹਿੰਦੀ ਸੂਟ ਦਿੱਤਾ ਹੈਗਾ, ਪਰ ਉਹਦੀ ਜੇਬ ਦੇ ਵਿੱਚ 7 ਮੇਖਾਂ ਪਾਈਆਂ ਹੈਗੀਆਂ। ਮੈਂ ਹੈਰਾਨ ਜਿਹਾ ਹੋ ਗਿਆ। ਮੈਂ ਕਿਹਾ ਵੀ ਜੇ 7 ਮੇਖਾਂ ਪਾਤੀ ਤਾਂ ਕੀ ਹੋ ਗਿਆ ਹੈਗਾ? ਕਹਿੰਦੀ ਨਹੀਂ, ਅਫਸਰ ਤੋਂ ਉਹਨਾਂ ਮੈਂ ਤਾਂ ਨਹੀਂ ਸੂਟ ਪਾਉਣਾ ਹੈਗਾ। ਮੈਂ ਕਿਹਾ ਜੇ ਨਹੀਂ ਤਾਂ ਮੇਖਾਂ ਮੈਨੂੰ ਦੇ ਦੇ, ਚਾਹੇ ਸਿੱਟ ਦੇ, ਚਾਹੇ ਸ਼ੂਆਂ ਦੇ ਵਿੱਚ ਲਾ ਲਾ, ਤਾਂ ਸੂਟ ਕਾਹਤੇ ਨਹੀਂ ਪਾਉਣਾ ਹੈਗਾ। ਜਾਣੀ ਅਸੀਂ ਐਸੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹੈਗੇ ਆ, ਸਾਨੂੰ ਪਤਾ ਨਹੀਂ ਵੀ ਅਸੀਂ ਕੀ ਕਰਨਾ ਕੀ ਨਹੀਂ। ਪਰ ਚੇਤੇ ਰੱਖੋ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਹੈਗੇ ਆ, ਅਸੀਂ ਜਿਸ ਲਈ ਮੱਥਾ ਟੇਕਦੇ ਹਾਂ ਕਾਹਤੇ ਅਸੀਂ ਕਹਿੰਦੇ ਹੈਗੇ ਵੀ ਇਹ ਵਾਹਿਗੁਰੂ ਸਾਡੀ ਮੱਤ ਤੂੰ ਲੈ ਲਾ, ਤਾਂ ਸਾਨੂੰ ਤੂੰ ਆਪਣੀ ਮੱਤ ਦੇ ਦੇ। ਤਾਂ ਅਸੀਂ ਮੱਤ ਲੈ ਕੇ ਵੀ ਫਿਰ ਹੋਰ ਪਾਸੇ ਚੱਲ ਜਾਂਦੇ ਹੈਗੇ ਆ। ਤੇ ਤੁਹਾਨੂੰ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈਗਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਈ ਜਿਉ ਮੈਂ ਸਾਰਾ, ਜਬ ਜੇ ਕਰੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਵਿਪਰਨ ਕੀ ਰੀਤ ਆ ਜਿਹੜੀਆਂ ਹੈਗੀਆਂ ਸਾਰੇ ਵਹਿਮ ਭਰ ਜਿਹੜੇ ਹੈਗੇ ਆ, ਇਹ ਵਿਪਰਨ ਕੀ ਰੀਤਾਂ ਹੈਗੀਆਂ ਜਿਹੜੀ ਅਸੀਂ ਕਰਦੇ ਹੈਗੇ ਆ। ਤੇ ਮਹਾਰਾਜ ਪੰਜਵੇਂ ਪਾਤਸ਼ਾਹ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਹੈਗੇ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਸਾਰੇ ਧਰਮ ਜੋ ਅਸੀਂ ਪੁੱਠੇ ਕੰਮ ਕਰਦੇ, ਚਾਹੇ ਜੋ ਅਸੀਂ ਪੁੱਠੀਆਂ ਰੀਤਾਂ ਕਰਦੇ ਹੈਗੇ, ਉਹਨਾਂ ਨਾਲ ਕੀ ਕਰਨਾ ਚਾਹੀਦਾ ਸਾਨੂੰ? ਅਸੀਂ ਸਿਰਫ ਤੇ ਸਿਰਫ ਵਾਹਿਗੁਰੂ ਦਾ ਸੱਚਾ ਨਾਮ ਜਪ ਕੇ, ਤਾਂ ਇਹ ਸਾਡੇ ਜਿਹੜੇ ਹੈਗੇ ਉਹ ਸਭ ਤੋਂ ਵੱਡਾ ਸ੍ਰੇਸ਼ਟ ਧਰਮ ਹੈਗਾ। ਮਹਾਰਾਜ ਗੁਰੂ ਨਾਨਕ ਦੇਵ ਜੀ ਸਾਨੂੰ ਸਿੱਖਿਆ ਦਿੰਦੇ ਹੈਗੇ ਆ। ਉਹ ਆਸਾ ਰਾਗ ਦੇ ਵਿੱਚ ਕਹਿੰਦੇ ਹੈਗੇ ਸਾਨੂੰ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ। ਠੀਕ ਆ, ਉੱਦਾਂ ਵੈਸੇ ਜਾਣਾ ਚਾਹੀਦਾ, ਯਾਤਰਾ ਕਰਨੀ ਚਾਹੀਦੀ ਹੈ, ਸਾਨੂੰ ਹਿਸਟਰੀ ਦਾ ਪਤਾ ਲੱਗਦਾ ਹੈਗਾ ਕਈ ਪੈਸੇ। ਪਰ ਜੇ ਅਸੀਂ ਜਾਂਦੇ ਤਾਂ ਹੈਗੇ ਆ ਫਰਜ਼ ਕਰੋ ਤੀਰਥ ਕਰਨ ਵਾਸਤੇ, ਸਾਡੀ ਉਹ ਜਿਹੜੀ ਬੋਡੀ ਦੀ ਮੈਲ ਤਾਂ ਭਾਵੇਂ ਲਿੱਥ ਜਾਊਗੀ, ਪਰ ਜਿਹੜੀ ਅੰਦਰੋਂ ਮੈਲ ਆ, ਫਿਰ ਜਿਸ ਜਾਣ ਕੇ ਦੱਸਦੇ ਹਾਂ ਅਸੀਂ 15 ਤੀਰਥਾਂ, ਅਸੀਂ 5 ਤੀਰਥਾਂ 'ਤੇ ਗਏ ਸੀ, ਅਸੀਂ ਉੱਥੇ ਆਹ ਕੀਤਾ ਸੀ, ਆਹ ਕੀਤਾ, ਪਰ ਅੰਦਰੋਂ ਅਸੀਂ ਪ੍ਰਾਊਡ ਹੋ ਗਏ ਹੈਗੇ ਆ। ਹੁਣ ਅਸੀਂ ਪ੍ਰਾਊਡ ਦੇ ਵਿੱਚ ਆ ਕੇ ਵੀ ਜਿਹੜੀ ਸੀ ਅਸੀਂ ਆਪਣੇ ਵਿੱਚੋਂ ਮੈਲ ਲਾਉਣੀ ਸੀਗੀ, ਉਹ ਤਾਂ ਹੋਰ ਚਾੜ ਕੇ ਆ ਗਏ ਹੈਗੇ ਆ। ਤਾਂ ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਹੈਗੇ ਆ, ਇਹ ਤੁਸੀਂ ਰੋਜ਼ ਪੜ੍ਹਦੇ ਜੇ ਰਾਮਕਲੀ ਦੇ ਵਿੱਚ,
ਕਹਿੰਦੇ ਇੱਕ ਭਰਮ ਭੁੱਲੇ ਫਿਰੇ ਦਹਿ ਦੇਸ ਇੱਕ ਨਾਮ ਲਾਗ ਸਵਾਰਿਆ। ਜਿਹੜੇ ਭਰਮਾਂ ਵਿੱਚ ਭੁੱਲੇ ਹੈਗੇ ਆ, ਭੁੱਲੇ ਫਿਰਦੇ ਹੈਗੇ ਆ, ਫਿਰੇ ਦਹਿ ਦੇਸ। ਸੰਗਤ ਜੀ ਸੋਰੀ ਮੈਂ ਤੁਹਾਨੂੰ ਮਾੜਾ ਜਿਹਾ ਦੱਸੂੰਗਾ, ਸ਼ਾਇਦ ਮੈਂ ਕਿਸੇ ਨੂੰ ਪਤਾ ਹੋਵੇ। ਦਹਿ ਦੇਸ ਕੀ ਹੁੰਦਾ ਹੈਗਾ? 10 ਡਾਇਰੈਕਸ਼ਨ ਜਿਹੜੀਆਂ ਹੁੰਦੀਆਂ, ਨਾਰਥ ਸਾਊਥ ਈਸਟ ਵੈਸਟ। ਤੇ ਫਿਰ ਜਿਹੜੇ ਉਹਨਾਂ ਦੇ ਕਾਰਨਰ ਹੁੰਦੇ ਹੈਗੇ ਨਾਰਥ ਈਸਟ, ਤੇ ਫਿਰ ਬਾਕੀ ਈਸਟ ਵੈਸਟ, ਸੌਰੀ ਈਸਟ ਸਾਊਥ, ਸਾਊਥ ਵੈਸਟ ਤੇ ਵੈਸਟ ਨਾਰਥ। ਤੁਹਾਨੂੰ ਪਤਾ ਨਾ ਵੈਸੇ ਇਹਨਾਂ ਫਿਰ ਜਿਹੜੇ ਹੋਰ ਇਹ ਤਾਂ 4 8 ਹੋ ਗਈਆਂ, ਫਿਰ 2 ਕਿਹੜੀਆਂ ਹੈਗੀਆਂ? ਅਪਵਰਡਸ ਐਂਡ ਡਾਊਨਵਰਡਸ। ਇਹ 10 ਸਾਡਾ ਜਿਹੜਾ ਮਨ ਹੈ ਇਹਨਾਂ 10 ਡਾਇਰੈਕਸ਼ਨ ਦੇ ਵਿੱਚ ਘੁੰਮਦਾ ਰਹਿੰਦਾ ਹੈਗਾ। ਮੈਂ ਤੁਹਾਨੂੰ ਇੱਕ ਮਾੜਾ ਰਿਮਾਈਂਡ ਕਰਾ ਦਵਾਂ ਕਿ ਜਿਹੜੇ ਮਹਾਰਾਜ ਨੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ ਸੀਗੇ, ਉਹ ਜਿਹੜੇ ਹੈਗੇ ਆ ਉਹ ਜਾਣੀ ਕਾਰਨਰ ਦੇ ਵਿੱਚ ਹੈਗੇ ਆ, ਜਾਣੀ ਨਾਟ ਨਾਰਥ ਸਾਊਥ ਈਸਟ ਵੈਸਟ ਨਹੀਂ, ਇਹਨਾਂ ਦੇ ਕਾਰਨਰ ਵਿੱਚ, ਇਹਨਾਂ ਦੀ ਕਾਰਨਰ ਦੇ ਡਾਇਰੈਕਸ਼ਨ ਹੈਗੇ ਆ। ਜਿੱਦਾਂ ਅਸੀਂ ਕਹਿ ਰਹੇ ਹਾਂ ਨਾ ਵੀ ਦੁਨੀਆ ਦੇ ਇਕੱਲੇ ਕਾਰਨਰ ਤੋਂ ਆ ਸਕੋ, ਤੁਸੀਂ ਆਓ, ਸਾਰੀ ਦੁਨੀਆ ਦੇ ਕਾਰਨਰ ਤੋਂ ਆਓ। ਇਸ ਵਾਸਤੇ ਮਹਾਰਾਜ ਨੇ ਬੜੀ ਸੋਚ ਸਮਝ ਦੇ ਨਾਲ ਇਹ ਸਾਨੂੰ ਉਹ 4 ਦਰਵਾਜ਼ੇ ਉਹਨਾਂ ਡਾਇਰੈਕਸ਼ਨ ਦੇ ਵਿੱਚ ਰੱਖੇ ਹੈਗੇ ਆ। ਤਾਂ ਫਿਰ ਕਹਿੰਦੇ ਇੱਕ ਭਰਮ ਭੁੱਲੇ ਫਿਰੇ ਦਹਿ ਦੇਸ ਇੱਕ ਨਾਮ ਲਾਗ ਸਵਾਰਿਆ। ਅਸੀਂ ਉਹਨਾਂ ਡਾਇਰੈਕਸ਼ਨ ਦੇ ਵਿੱਚ ਘੁੰਮਦੇ ਰਹਿੰਦੇ ਹੈਗੇ ਆ ਤੇ ਪਰ ਨਾਮ ਨਹੀਂ ਜਪਦੇ ਹੈਗੇ। ਪਰ ਜੇ ਤੁਸੀਂ ਨਾਮ ਜਪੋ ਤੇ ਇੱਕ ਨਾਮ ਲਾਗ ਸਵਾਰਿਆ, ਫਿਰ ਅਸੀਂ ਨਾਮ ਦੇ ਨਾਲ ਲੱਗ ਕੇ ਫਿਰ ਸਾਡਾ ਜਿਹੜੀ ਸਾਡੀ ਹੈਗੀ ਆ ਇਹ ਜੀਵਨ ਉਹ ਸਵਾਰ ਹੋ ਜਾਂਦਾ ਹੈਗਾ। ਗੁਰ ਪ੍ਰਸਾਦੀ ਮਨ ਭੈ ਨਿਰਮਲ ਜਿਨ੍ਹਾਂ ਪਾਣਾ ਭਾਵੇ। ਤਾਂ ਫਿਰ ਸਾਡਾ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਹੈਗਾ ਮਨ ਹੈਗਾ ਉਹ ਨਿਰਮਲ ਹੋ ਜਾਂਦਾ ਹੈਗਾ। ਫਿਰ ਮੂਰਤ ਕਢਾਉਣੇ ਜਾਂ ਦਿਨਾਂ ਮਹੀਨਾ ਦੇ ਰੁੱਤਾਂ ਦੇ ਵਿੱਚ ਪ੍ਰਚਾਰ ਕਰਨੀ, ਇਹ ਵੀ ਠੀਕ ਹੈਗੀ। ਗੁਰੂ ਜੀ ਸਾਨੂੰ ਬਚਨ ਕਰਦੇ ਹੈਗੇ ਆ ਕਿ ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੋਹਤ, ਸਫਲ ਹੈ ਮੇਰੀ ਜਿੰਦ ਹਰ ਮੇਰਾ ਚਿੱਤ ਆਵੇ ਰਾਮ। ਉਹੀ ਵੇਲਾ ਕਈ ਕਹਿੰਦੇ ਨਾ ਵੀ ਐਸ ਮੂਰਤ ਕਢਾ ਲਓ ਕਿਸੇ ਤੋਂ ਜਾ ਕੇ। ਤੁਹਾਨੂੰ ਪਤਾ ਨਾ ਵੀ ਤਕਰੀਬਨ ਜਿਹੜੇ ਦਿਨ ਵੀ ਹੈਗੇ ਨਾ, ਇਹ ਤਕਰੀਬਨ ਸਮਝ ਲਓ ਵੀ 3 ਅਰਬ ਸਾਲ ਪਹਿਲਾਂ ਇਹ ਦਿਨ ਕੋਈ ਨਹੀਂ ਸੀਗੇ। ਇਹ ਨਹੀਂ ਸੀ ਕੋਈ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਕੋਈ ਨਹੀਂ ਸੀਗੇ, ਪਹਿਲਾਂ ਉਸ ਤਰ੍ਹਾਂ ਚੱਲੀ ਆਉਂਦਾ ਸੀਗਾ। ਇਹ ਤਾਂ ਹੁਣ ਬਣੇ ਹੈਗੇ ਆ ਤੇ ਟਾਈਮ ਵੀ 24 ਆਵਰਸ ਵੀ ਹੁਣੇ ਬਣੇ ਹੈਗੇ ਆ। ਤੇ ਪਹਿਲਾਂ ਮਹਾਰਾਜ ਕੀ ਕਹਿੰਦੇ ਸਾਨੂੰ? ਉਹ ਕਹਿੰਦੇ ਹੈਗੇ ਆ ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੋਹਤ, ਸਫਲ ਹੈ ਮੇਰੀ ਜ਼ਿੰਦਗੀ ਜਿਤ ਹਰ ਮੇਰਾ ਚਿੱਤ ਆਵੇ ਰਾਮ। ਉਹੀ ਵੇਲਾ ਉਹੀ ਮੂਰਤ ਚੰਗਾ ਹੈਗਾ ਜਿਸ ਵੇਲੇ ਉਸ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈਗਾ। ਮੈਂ ਤੁਹਾਨੂੰ ਇੱਕ ਜੋ ਹਿੰਦੂਆਂ ਦੇ ਵਿੱਚ ਕਾਫੀ ਚਿਰ ਤੋਂ ਪ੍ਰਚਲਿਤ ਆਉਂਦੀ ਰਹੀ ਗੱਲ, ਵੈਸੇ ਮੈਂ ਇੱਦਾਂ ਨਹੀਂ ਕਹਿੰਦਾ ਕਿ ਸਾਡੇ ਸਾਰੇ ਭਰਾ ਹੈਗੇ ਆ, ਪਰ ਮੈਂ ਤੁਹਾਨੂੰ ਇੱਕ ਰਿਮਾਈਂਡ ਕਰਾਉਣਾ ਚਾਹੁੰਦਾ ਕਿ ਤੁਸੀਂ ਸਾਰਿਆਂ ਨੇ ਰਾਮ ਚੰਦਰ ਤੇ ਸੀਤਾ ਦੀ ਕਹਾਣੀ ਸੁਣੀ ਹੋਗੀ। ਤੇ ਉਹਨਾਂ ਦਾ ਜਿਸ ਵੇਲੇ ਵਿਆਹ ਹੋਣ ਲੱਗਾ ਨਾ, ਤਾਂ ਉਹਨਾਂ ਦਾ ਮਹੂਰਤ ਜਿਹੜਾ ਸੀਗਾ ਉਹ ਗੁਰੂ ਵਸ਼ਿਸ਼ਟ ਨੇ ਮਹੂਰਤ ਕੱਢੇ ਸੀਗੇ। ਗੁਰੂ ਵਸ਼ਿਸ਼ਟ ਨੇ ਮਹੂਰਤ ਕੱਢੇ ਸੀਗੇ। ਤਾਂ ਹੁਣ ਤੁਸੀਂ ਦੇਖ ਲਓ ਵੀ ਬਹੁਤ ਚੰਗਾ ਗੁਰੂ ਸੀਗਾ ਵਸ਼ਿਸ਼ਟ ਜੀ, ਤਾਂ ਉਹਨੇ ਮਹੂਰਤ ਕੱਢੇ। ਤਾਂ ਫਿਰ ਕੀ ਹੋਇਆ? ਬਾਅਦ ਦੇ ਵਿੱਚ 12 ਸਾਲ ਦਾ ਬਨਵਾਸ ਹੋ ਗਿਆ। ਫਿਰ ਬਾਹਰ ਜੰਗਲਾਂ 'ਚ ਘੁੰਮਦੇ ਰਹੇ। ਫਿਰ ਜਿਸ ਲਈ ਜਿੱਤ ਕੇ ਆਏ ਉੱਥੋਂ ਰਾਵਣ ਨੂੰ ਮਾਰ ਕੇ ਆ ਗਏ, ਤਾਂ ਫਿਰ ਕੀ ਹੋਇਆ? ਘਰ ਵੀ ਨਹੀਂ, ਫੇਰ ਵੀ ਨਹੀਂ ਵਿਚਾਰੀ ਹੋ ਰਹੀ। ਤਾਂ ਫਿਰ ਉਹ ਬਾਹਰ ਉਹਨੂੰ ਫਿਰ ਬਾਹਰ ਇਕੱਲੀ ਨੂੰ ਜਾਣਾ ਪਿਆ। ਤੇ ਇਹ ਜਿਹੜੇ ਹੈਗੇ ਆ ਨਾ ਮਹੂਰਤ ਕਢਾਉਣੇ, ਇਹ ਠੀਕ ਨਹੀਂ ਹੈਗਾ। ਸਾਨੂੰ ਮਹਾਰਾਜ ਸਿਰਫ ਇਹੀ ਕਹਿਣਾ ਗਿਆ ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮ ਗਤ ਪਾਈ। ਸਾਨੂੰ ਮਹਾਰਾਜ ਸਿਰਫ ਇਹ ਕਹਿੰਦੇ ਹੈਗੇ ਆ ਵੀ ਉਹੀ ਦਿਵਸ ਉਹੀ ਦਿਨ ਚੰਗਾ ਹੈਗਾ, ਉਹੀ ਭਲਾ ਚੰਗਾ ਹੈਗਾ ਮਹੂਰਤ, ਹਰ ਗੁਣ ਗਾਏ ਪਰਮ ਗਤ ਪਾਈ। ਜਿਸ ਵੇਲੇ ਅਸੀਂ ਗੁਰੂ ਦੇ ਗੁਣ ਗਾਉਂਦੇ ਹੈਗੇ ਆ ਤਾਂ ਸਾਡੀ ਸਾਨੂੰ ਪੂਰੀ ਜਾਣੀ ਗਤੀ ਸਾਡੀ ਹੋ ਜਾਂਦੀ ਹੈਗੀ ਆ। ਫਿਰ ਭਾਵ ਦਿਨਾਂ 12 ਰੁੱਤਾਂ ਮਹੀਨਿਆਂ ਦੇ ਭਰ ਕੱਢ ਕੇ ਵਾਹਿਗੁਰੂ ਨੇ ਨਾਮ ਜਪਣ ਲਈ ਪ੍ਰੀਤ ਲਾਵੋ। ਇਹੀ ਸਾਨੂੰ ਮਹਾਰਾਜ ਨੇ ਕਹਿੰਦੇ ਹੈਗੇ ਆ। ਵੈਸੇ ਮੈਂ ਕਈ ਵਾਰ ਸੁਣਦਾ ਹੈਗਾ, ਮੈਂ ਇਹ ਪਲੀਜ਼ ਲੇਡੀਜ਼ ਨੂੰ ਮੈਂ ਬੇਨਤੀ ਕਰਦਾ ਹੈਗਾ, ਪਲੀਜ਼ ਬੱਚਿਆਂ ਨੂੰ ਸਿਖਾ ਲਓ, ਕਿਉਂਕਿ ਇਹ ਜਿਹੜੇ ਹੈਗੇ ਨਾ ਸਾਡੀਆਂ ਰੀਤੀਆਂ ਰਿਵਾਜ, ਇਹ ਬਹੁਤ ਚਿਰ ਤੋਂ ਸਾਡੇ ਵਿੱਚ ਚੱਲੇ ਆਉਂਦੇ ਹੈਗੇ। ਮੈਨੂੰ ਹਾਲ ਤੱਕ ਵੀ ਚੇਤਾ ਹੈਗਾ ਜਿਹੜੇ ਕਈ ਬੀਬੀਆਂ ਕਰਦੀਆਂ ਹੁੰਦੀਆਂ ਸੀ ਬੁੱਧ ਸ਼ਨੀਚਰ ਕੱਪੜਾ ਗਹਿਣਾ ਆਤਵਾਰ, ਤੇ ਜੇ ਅੱਜ ਕੱਲ੍ਹ ਉਹਨੂੰ ਤੁਸੀਂ ਬੁੱਧਵਾਰ ਨੂੰ ਨਾ ਪਾਓ ਤੇ ਸੋਮਵਾਰ ਨੂੰ ਪਾ ਲਓ ਤੇ ਮੰਗਲਵਾਰ ਨੂੰ ਫਿਰ ਕੀ ਹੋ ਜਾਣਾ ਹੈਗਾ। ਇੱਕ ਲੜਕੀ ਸੀਗੀ, ਉਹ ਮੈਨੂੰ ਕਹਿੰਦੀ ਹੁੰਦੀ ਸੀਗੀ ਸਾਰਾ ਕਿ ਤੁਸੀਂ ਤਾਂ ਮੈਨੂੰ ਕਹਿੰਦੇ ਕਿ ਵੀ ਮੰਗਲਵਾਰ ਚਾਹੇ ਵੀਰਵਾਰ ਕੱਪੜੇ ਨਾ ਧੋਇਆ ਕਰੋ। ਕਹਿੰਦੀ ਕਿ ਮੈਂ ਧੋ ਕੇ ਹੁਣ ਧੋਣੀ ਨਾ, ਕਹਿੰਦੀ ਇਕੱਲੇ ਹੁਣ ਮੰਗਲਵਾਰ ਨੂੰ ਚਾਹੇ ਵੀਰਵਾਰ ਨੂੰ ਧੋਣੀ ਬਾਹਰ ਪਾਣੀ ਹੈਗੀਆਂ, ਤੇ ਬਾਕੀ ਸਾਰੇ ਸਟਰੀਟ ਵਾਲੇ ਕਹਿੰਦੇ ਹੈਗੇ ਖਰੇ ਕਮਲੀ ਹੈਗੀ ਆ ਕਿ ਇਹ ਸਿਰਫ ਮੰਗਲਵਾਰ ਨੂੰ ਚਾਹੇ ਵੀਰਵਾਰ ਨੂੰ ਕੱਪੜੇ ਧੋਂਦੀ ਹੈਗੀ। ਕਹਿੰਦੀ ਪਰ ਮੈਨੂੰ ਤਾਂ ਕੁਛ ਨਹੀਂ ਹੋਇਆ ਹੈਗਾ, ਤੇ ਮੈਨੂੰ ਸਾਰਾ ਕੁਛ ਠੀਕ ਹੈਗਾ, ਸਾਡੇ ਸਾਰੇ ਕੁਛ ਵਾਹਿਗੁਰੂ ਦੀ ਕਿਰਪਾ ਹੈਗੀ ਆ। ਫਿਰ ਕਈ ਵਾਰੀ ਕਹਿੰਦੇ, ਮੈਨੂੰ ਪਤਾ ਮੇਰੀ ਮਾਤਾ ਜੀ ਵੀ ਕਈ ਵਾਰ ਕਹਿੰਦੇ ਹੁੰਦੇ ਸੀਗੇ ਕਾਕਾ ਛਿੱਕਿਆ ਹੈਗਾ
ਪਿੱਛੇ ਅੱਜ ਨਾ ਜਾਈ ਕਰਕੇ ਸਿੱਖਿਆ ਹੈਗਾ। ਸੋ ਵਾਟ ਹੈ ਨਾ, ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਛੋਟੀ ਉਮਰ ਦੇ ਵਿੱਚ ਨਾ ਕਿਸੇ ਗੁਰਦੁਆਰੇ ਵਿੱਚ ਪੜ੍ਹਨ ਲੱਗ ਪਿਆ ਸੀਗਾ, ਅਤੇ ਉੱਥੇ ਸਾਨੂੰ ਕਹਿੰਦੇ ਸੀ ਕਿ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ, ਅਤੇ ਚਾਹੇ ਜਿੱਦਾਂ ਕਹਿੰਦੇ ਬਿੱਲੀ ਕੱਟ ਗਈ, ਚਾਹੇ ਵੀਰਵਾਰ ਨੂੰ ਬਾਹਰ ਨਹੀਂ ਜਾਣਾ ਅਤੇ ਨਜ਼ਰ ਲੱਗ ਜਾਊਗੀ, ਤਾਂ ਮਤਲਬ ਇੱਦਾਂ ਕਈ ਗੱਲਾਂ ਕਰਦੇ ਹੈਗੇ ਆ। ਹੁਣ ਮੈਂ ਜਿਸ ਲਈ ਇਸ ਕੰਟਰੀ ਵਿੱਚ ਆਇਆ ਸੀਗਾ ਅੱਜ ਤੋਂ ਤਕਰੀਬਨ 49 ਸਾਲ ਪਹਿਲਾਂ, ਤਾਂ ਉਹ ਵੀਰਵਾਰ ਦਾ ਦਿਨ ਸੀਗਾ। ਤਾਂ ਹੁਣ ਤੁਸੀਂ ਦੱਸੋ ਮੈਨੂੰ ਕਿ ਉਹਦੇ ਵੀਰਵਾਰ ਦੇ ਆਉਣ ਨਾਲ ਕੀ, ਮੈਨੂੰ ਕਈਆਂ ਨੇ ਕਿਹਾ ਕਿ ਨਾ ਜਹਾਜ਼ ਮੂਰਤ ਚੰਗਾ ਨਹੀਂ ਹੈਗਾ, ਤਾਂ ਮੈਂ ਹੁਣ ਵੀਰਵਾਰ ਦਾ ਆਇਆ ਤਾਂ ਮੈਨੂੰ ਕੀ ਫਰਕ ਪੈ ਗਿਆ ਹੈਗਾ ਇੱਥੇ। ਉਸ ਵਾਹਿਗੁਰੂ ਦੀ ਕਿਰਪਾ ਚਾਹੀਦੀ ਹੈਗੀ ਆ। ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਉਹੀ ਦਿਨ ਚੰਗੇ ਹੈਗੇ ਜਿਸ ਦੇ ਉੱਤੇ ਪਰਮਾਤਮਾ ਦੀ ਮਿਹਰ ਹੋ ਜਾਵੇ। ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪੀਏ ਹਰ ਨਾਮ, ਉਹੀ ਦਿਨ ਉਹੀ ਰਾਤ ਸੋਹਣੀ ਹੈਗੀ ਆ ਮੇਰੇ ਪਿਆਰੇ ਜਿਤ ਜਪੀਏ ਹਰ ਨਾਮ, ਜਿਸ ਵੇਲੇ ਅਸੀਂ ਪਰਮਾਤਮਾ ਦਾ ਨਾਮ ਜਪ ਲੈਂਦੇ ਹੈਗੇ ਆ। ਫਿਰ ਅਸੀਂ ਤੀਰਥਾਂ ਤੇ ਜਾਂਦੇ ਹੈਗੇ, ਤੀਰਥਾਂ ਦੀ ਯਾਤਰਾ ਕਰਨ ਜਾਂਦੇ ਹੈਗੇ ਆ, ਤਾਂ ਪਰ ਮਹਾਰਾਜ ਸਾਨੂੰ ਕਹਿੰਦੇ ਹੈਗੇ ਆ ਤੀਰਥ ਦੀ ਯਾਤਰਾ ਭਾਵੇਂ ਕਰੋ ਪਰੰਤੂ ਆਤਮਾ ਨੂੰ ਧੋਣ ਲਈ ਨਾਮ ਦੀ ਜ਼ਰੂਰਤ ਹੈ। ਯਾਨੀ ਤੁਸੀਂ ਬੋਡੀ ਨੂੰ ਧੋਣ ਲਈ ਨਹੀਂ, ਆਤਮਾ ਨੂੰ ਧੋਣ ਲਈ ਸਾਨੂੰ ਨਾਮ ਦੀ ਜ਼ਰੂਰਤ ਹੈਗੀ ਆ। ਤਾਂ ਮਹਾਰਾਜ ਤੀਜੇ ਪਹਿਲੇ ਪਾਤਸ਼ਾਹ ਕਿੰਨਾ ਸੋਹਣਾ ਸਾਨੂੰ ਸ਼ਬਦ ਦੱਸਦੇ ਹੈਗੇ ਆ, ਕਿੰਨਾ ਸੋਹਣਾ ਸਾਨੂੰ ਅਕਲ ਦਿੱਤੇ ਹੈਗੇ ਆ। ਮਹਾਰਾਜ ਕਹਿੰਦੇ ਹੈਗੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਯਾਨੀ ਜੇ ਜਾਣਾ ਹੈਗਾ ਤੀਰਥ ਉੱਤੇ ਤਾਂ ਉੱਥੇ ਨਾਮ ਦਾ ਤੀਰਥ ਕਰੋ, ਤੁਸੀਂ ਸਿਰਫ ਨਾਮ ਹੀ ਤੀਰਥ ਹੈਗਾ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਤੁਸੀਂ ਸ਼ਬਦ ਨੂੰ, ਗੁਰੂ ਦੇ ਸ਼ਬਦਾਂ ਨੂੰ ਪ੍ਰਚਾਰ ਕਰੋ, ਉਹਦੇ ਉੱਤੇ ਸਟੱਡੀ ਕਰੋ, ਤਾਂ ਚਾਹੇ ਦੇਖੋ ਵੀ ਕੀ ਸਾਨੂੰ ਮਹਾਰਾਜ ਦੱਸ ਰਿਹਾ ਗਿਆ, ਉਹੀ ਸਾਡਾ ਗਿਆਨ ਅੰਦਰ ਵੱਧਦਾ ਹੈਗਾ। ਨਾਵਣ ਚੱਲੇ ਤੀਰਥੀ, ਮਹਾਰਾਜ ਪਹਿਲੇ ਪਾਤਸ਼ਾਹ ਕਹਿੰਦੇ ਹੈਗੇ ਆ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਕੀ ਨਾਤਿਆਂ ਦੋਏ ਪਾ ਚੜੀਏ ਸੋ। ਜਾਣੇ ਤਾਂ ਹੈਗੇ ਅਸੀਂ ਆਪਣੇ ਖੋਟੇ ਕਰਮ ਦੂਰ ਕਰਨ ਵਾਸਤੇ, ਪਰ ਕੀ ਹੁੰਦਾ ਹੈਗਾ ਸਾਡੀ ਇੱਕ ਪਾਸੇ ਤਾਂ ਸਾਡਾ ਇੱਕ ਕਰਮ ਤਾਂ ਹਟਦਾ ਹੈਗਾ, ਪਰ ਦੋਏ ਪਾ ਚੜੀਏ ਹੋਰ, ਸਾਡੇ ਉੱਤੇ ਹੋਰ ਜਿਹੜੇ ਹੈਗੇ ਆ ਉਹ ਸਾਡੇ ਉੱਤੇ ਜਾਣੀ ਮਾੜੇ ਅਸਰ ਹੁੰਦੇ ਹੈਗੇ ਆ। ਭਗਤ ਕਬੀਰ ਜੀ ਵੀ ਕਹਿੰਦੇ ਹੈਗੇ ਆ ਜਲ ਕੇ ਮੰਜਨ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਜੋਨੀ ਆਵੇ। ਜਿਸ ਤਰ੍ਹਾਂ ਜੇ ਡੱਡੂ ਵੀ ਹੈਗਾ ਜੇ ਤਾਂ ਸਾਨੂੰ ਤੀਰਥਾਂ ਵਿੱਚ ਨਹਾਉਣ ਦੇ ਨਾਲ ਸਾਨੂੰ ਮੁਕਤੀ ਹੁੰਦੀ ਹੋਗੀ, ਤਾਂ ਇਹਦਾ ਮਤਲਬ ਡੱਡੂ ਤਾਂ ਫਿਰ ਬਹੁਤ ਚੰਗਾ ਹੋਣਾ, ਸਭ ਤੋਂ ਵੀ ਕਾਫੀ ਉਹਦੀ ਜਾਣੀ ਭਗਤੀ ਹੋਣੀ ਚਾਹੀਦੀ, ਭਗਤ ਹੋਣਾ ਹੈਗਾ। ਪਰ ਉਹ ਕਹਿੰਦੇ ਜੈਸੇ ਮੈਂਡਕ ਤੈਸੇ ਹੋਏ ਨਰ, ਜਿੱਦਾਂ ਉਹ ਡੱਡੂ ਹੁੰਦਾ ਹੈਗਾ ਉੱਦਾਂ ਦਾ ਉਹ ਆਦਮੀ ਹੈਗਾ, ਫਿਰ ਜੋਨੀ ਆਵੇ। ਫਿਰ ਕੀ ਹੋਣਾ, ਭਾਵੇਂ ਜਿੰਨਾ ਮਰਜ਼ੀ ਤੁਸੀਂ ਤੀਰਥਾਂ 'ਤੇ ਜਾਂਦੇ ਰਹੋ, ਪਰ ਜੋਨਾਂ ਵਿੱਚੋਂ ਤੁਸੀਂ ਆਉਣੋਂ ਹਟਣਾ ਨਹੀਂ ਹੈਗਾ। ਮਹਾਰਾਜ ਪਹਿਲੇ ਪਾਤਸ਼ਾਹ ਕਹਿੰਦੇ ਹੈਗੇ ਆ ਜਪ ਤਪ ਸੰਜਮ ਸਾਧੀਏ ਤੀਰਥ ਕੀਜੇ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ, ਜਿਹਾ ਰਾਹ ਦੇ ਤਿਹਾ ਲੂਣੇ ਬਿਨ ਗੁਣ ਜਨ ਵਿਨਾਸ਼। ਮਹਾਰਾਜ ਸਾਨੂੰ ਹਰ ਪਾਸੇ ਹਰ ਇੱਕ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦਿੰਦੇ ਹੈਗੇ ਆ ਕਿ ਤੁਸੀਂ ਦੂਸਰੀ ਤੀਰਥਾਂ 'ਤੇ ਜੇ ਤੁਸੀਂ ਕਰਨਾ ਚਾਹੋ ਤੁਸੀਂ ਐਜ਼ ਏ ਹਿਸਟਰੀ ਦੇ ਤੌਰ 'ਤੇ ਜਾ ਸਕਦੇ ਹੈਗੇ ਆ, ਪਰ ਤੁਸੀਂ ਜਿਹੜਾ ਹੈਗਾ ਉਹ ਨਾਮ ਦੀ ਜਪਣਾ ਕਰਨੀ ਹੈਗੀ ਆ। ਮਹਾਰਾਜ ਚੌਥੇ ਪਾਤਸ਼ਾਹ ਸਾਨੂੰ ਕਹਿੰਦੇ ਹੈਗੇ ਆ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖੱਟ ਕਰਮ ਕਰਾਂਤਾ। ਖੱਟ ਕਰਮ ਕੀ ਹੁੰਦੇ ਹੈਗੇ ਆ, ਜਿਹੜੇ ਅਸੀਂ ਭੈੜੇ ਕਰਮ ਕਰਦੇ ਹੈਗੇ ਆ। ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤੀਆਂ ਸ਼ਾਸਤਰ ਪੜ੍ਹਦੇ ਰਹਿੰਦੇ ਹੈਗੇ ਆ, ਪਰ ਉਹ ਕਰ ਕਿਰਿਆ ਖੱਟ ਕਰਮ ਕਰਾਂਤਾ, ਉਹ ਖੱਟੇ ਕਰਮ ਜਿਹੜੇ ਭੈੜੇ ਕਰਮ ਉਹਨਾਂ ਦੇ ਵਿੱਚ ਮਿਲਦੇ ਹੈਗੇ ਆ। ਸੇ ਭਗਤ ਭਲੇ ਜਾਂ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ, ਜੋ ਉਹੀ ਹੋਣਾ ਹੈਗਾ ਜੋ ਮੇਰੇ ਵਾਹਿਗੁਰੂ ਨੂੰ ਪਾਉਂਦਾ ਹੈਗਾ, ਉਹੀ ਹੋਣਾ ਹੈਗਾ। ਫਿਰ ਪਖੰਡ ਵਿੱਚ ਕਈ ਪਖੰਡ ਅਸੀਂ ਕਰਦੇ ਹੈਗੇ ਆ, ਤੇ ਉਹ ਮਹਾਰਾਜ ਕਹਿੰਦੇ ਹੈਗੇ ਇਹ ਸ਼ਬਦ ਵਿੱਚ ਗੁਰੂ ਜੀ ਨੇ ਪਖੰਡ ਰੂਪ ਦੱਸਿਆ ਹਨ। ਭਗਤੀ ਤੋਂ ਬਿਨਾਂ ਕਰਮ ਦਿਖਾਣੇ ਮਾਤ ਜਨ ਹੈਗਾ। ਇਹ ਜਾਨੀ ਨਾ ਸਾਨੂੰ ਜਿਹੜੇ ਪਖੰਡ ਨਹੀਂ ਕਰਨੇ ਚਾਹੀਦੇ। ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਜਪ ਤਪ ਸੰਜਮ ਸਾਧੀਏ, ਜੇ ਅਸੀਂ ਇਹਦਾ ਸੰਜਮ ਵੀ ਕਰੀਏ ਸਾਧਨਾ ਵੀ ਕਰੀਏ, ਤੀਰਥ ਕੀਚੇ ਵਾਸ, ਜੇ ਅਸੀਂ ਤੀਰਥਾਂ 'ਤੇ ਜਾਈਏ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਇਹ ਪੁੰਨ ਵੀ ਕਰਨਾ, ਦਾਨ ਵੀ ਕਰਨੇ, ਚੰਗੀਆਂ ਕੰਮ ਵੀ ਕਰਨੇ ਹੈਗੇ ਆ, ਇਹ ਸਾਰਾ ਕੁਝ ਚੰਗਾ ਹੈਗਾ, ਪਰ ਬਿਨ ਸਾਚੇ ਕਿਆ ਤਾਸ, ਉਸ ਸੱਚੇ ਵਾਹਿਗੁਰੂ ਦੇ ਬਿਨਾਂ ਇਹਨਾਂ ਦਾ ਕੀ ਫਾਇਦਾ ਹੈਗਾ।
फिर है नंगे पैरी तुरना ਜਾਂ ਗੁਰਦੁਆਰੇ ਜਾਣਾ ਕੇਵਲ ਮਨਮਤ ਹੈ। ਵੈਸੇ ਉੱਦਾਂ ਕਈ ਅਸੀਂ ਕਹਿੰਦੇ ਖਰੇ ਅਸੀਂ ਕੀ ਬਾਈਬਲ ਤੇ ਆਸਾਨ ਕਰ ਦਿੱਤਾ ਹੈਗਾ ਜੇ ਅਸੀਂ ਚੰਗੇ ਨੰਗੇ ਪੈਰ ਜਾਈਏ। ਮਹਾਰਾਜ ਕਹਿੰਦੇ ਹੈਗੇ ਆ ਪਹਿਲੀ ਭਾਸ਼ਾ ਪੱਗ ਉਪਿਤਾਣਾ ਆਪਣਾ ਕੀਆ ਕਮਾਣਾ ਅਲਵਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੇ ਪੱਤ ਗਵਾਈ ਬਿਨ ਨਾਵੇ ਕੇ ਸਿਥਾਏ ਨਾ ਪਾਈ। ਪੱਗ ਉਪਿਤਾਣਾ ਆਪਣਾ ਕੀਆ ਕਮਾਣਾ, ਜੇ ਤੁਸੀਂ ਪੈਰੇ ਨੰਗੇ ਪੈਰ ਤੁਰ ਕੇ ਜਾਂਦੇ ਹੈਗੇ ਆ ਤਾਂ ਫਿਰ ਉਹ ਕਿਸੇ ਨੂੰ ਕੀ ਫਰਕ ਪੈਣਾ ਹੈਗਾ, पर जे तेरे कंडे लगे तो तेरी अपनी कीती का तेन फल मिलना है। करके तेन क्या किया तुरन वास्ते नंगे पैरी तुरन वास्ते अलमल खाई फिर सिर शाही पाई। फिर जो तुम हो के कुछ करके अपने सिर के सुह पाने है वो तुम अपनी मत के करके करते हैं। गुरु साहब सानू कदे नहीं दसते है। मूर्खां दे पत गवाई, मूर्खा ने अपनी जी अकल हैगी उन्होंने भी गवा दिता है। बिन नाम कुछ था ना पाई, बिना नाम तो वाहिगुरू के नाम जपण तो कुछ भी साडे हथ पल्ले नहीं पैना है। फिर थोड़ा टाइम बोलना है, थोड़ा बहुता मैं बहुता बोर नहीं करता, थानू माफ करना है। नक्षत्रा ग्रहां दे भरम छड्ड दिओ अते परमात्मा नूं याद करो। अपने सेवक की आपे राखे आपे नाम जपावे जय जय काज किरत सेवक की तां उठतावे। वो वाहिगुरू आपे साडे उत्ते मेहर करता हैगा ते सानू जिन्हों जाना है उधर दसदा हैगा। ते फिर कहंदे है आसा मल्ला पहला नानक अगे सो मिले जे खट्टे काले दे। तो महाराज सानू कहते बाकी जो इंग्लिश जानते हैं वो नानक इन दी वर्ल्ड हियर आफ्टर दैट अलोन इज रिसीव्ड विच वन गिव्स टू दी नीडी फ्रॉम हिज ओन अर्निंग्स एंड लेबर। उन्होंने वाहिगुरू बख्शिश करते हैं। तो महाराज सानू कई बार कहा है कि पुनी पापी आखण नाए कर कर करना लिख ला जाए। जस पुन्नी जैसी पुन भी करते हैं पाप भी करते हैं आखना है ये लिखने दी गल्लां करनियां नहीं है। कर कर करना लिख ला जाए। ये जो असीं करते हैं वो साडे आत्मा के उत्ते लिख हो रहा है कि साडे नाल जाने है। नानक इत्थे कमाए सो मिले अगे पाए जाए। जो असीं इत्थे कमाउने हैं जो वाहिगुरू का नाम जपदे हैं वो ही साडे नाल अगे जाना है। मंदा चंगा अपना आपे ही कीता भावना। महाराज वो कितनी क्लीयरली दसदे सानू वैरी क्लीयरली दसदे हैं कि जो भी असी चंगा मंदा करते हैं वो आपे ही कीता भावना है। फिर असी किताबां पढ़ते हैं कई किताबां पढ़ते हैं धार्मिक पुस्तकां पढ़ते हैं पढ़ी जानी कई बार उन्होंने कोई फर्क नहीं आएगा जे तुसीं अपने आप नूं महाराज सानू बस छेती छेती सानू समझाउंदे हैं कि तुसीं ना पढ़ने के नाल कला फर्क नहीं पैंदा उहदे ते अमल करने के नाल फर्क पैंदा है। सिमरत बेद प्राण पुकारण पोथियां नाम बिना सब कूड़ गाली होशियां। ये जिहड़े सिमरतियां है बेद या चाहे पुराना है ये सिर्फ इस करके नहीं तुसीं मतलब सिमरती जिहड़ी बेद है जिहड़े पुराण है तो जिहड़ी होर सारियां होली स्क्रिप्चर्स है वो सारियां ये कहनियां है दैट विदाउट द नाम एवरीथिंग इज फॉल्स एंड बर्थलैस। कि जो भी बेद भी पढ़ते जो भी कहने हैं वो सानू यही कहते हैं कि बिना नाम तो ये सारा कुछ फजूल हैगा। साडा फर्ज है भरमां विचों निकल के गुरबाणी उत्ते अमल करना अते परमात्मा नूं मनना। जिन्हें सुनिया सुन के मन्निया तिन्हां निज घर वास। जिन्हां ने सुन के वाहिगुरू का नाम सुन के ते वो बिलीव करन लग पै गया ते वो अपने सैल्फ डीप विदन अपने मन के चले जाते हैं। तो महाराज क्या कहते हैं श्लोक भगत कबीर जी का है कबीर साचा सतगुर क्या करे जो सिखा को मैं चूक अंधे एक न लागे जो बांस बजाए फूक। हुण असीं अजकल सुनते तो है हुण मैं तुहानूं बेनती करदा है कि की तुसीं इत्थों कुछ लैके जाओगे कोल अपने जे तुसीं गुरु का एक वचन भी तुसीं अपने कोल लै गओ तो फिर फायदा है। नहीं तो फिर कबीर साहब कहते हैं कबीर साचा सतगुर क्या करे। सतगुरु फिर की सानू देन जो सिखा मैं चूक चले फिर भुल चुप आ जाती है। अंधे एक ना लागी जो बांस बजाइए फूक। वो फिर जिदा ना बांस के असीं फूक बजाते हैं वो एक पासों फूक पै जाती है दूसरे पासे निकल जाती है वह असर नहीं कुछ भी होता है। तो इस तरह साडा फर्ज है जे असीं गुरसंगत आने हैं गुरु के चरणों में बैठते हैं कुछ सीखिए तो वो अमल करिए। गुरु जी के हुक्म अंदर रहना चलाकियां नहीं करनिया पर पार उतारा होगा। तो महाराज कहते हैं जो प्रभ करे सोई भल मानो सुख दुख वही त्यागे रहे। जो वाहिगुरू सानू कहते हैं वट एवर गॉड डज एक्सेप्ट दैट
with a pleasure in comfort and suffering meditate on him. क्योंकि रतन गुरु का शब्द है बुझे बूझनहार, ਜਿਹੜਾ ਬੁੱਝ ਲਿਆ, ਜਿਸਨੇ ਬੁੱਝ ਲਿਆ ਉਹੀ ਸਮਝ ਲਿਆ ਕਿ ਇਹ ਰਤਨ ਹੈਗਾ। ਗੁਰੂ ਦਾ ਸ਼ਬਦ ਜਿਹੜਾ ਹੈਗਾ ਉਹ ਰਤਨ ਹੈਗਾ। ਬਾਕੀ ਅਸੀਂ ਨਾ ਸਭ ਤੋਂ ਜਿੱਦਾਂ ਮਹਾਰਾਜ ਕਹਿੰਦੇ ਹੈਗੇ ਵੀ ਉਹਨਾਂ ਨੇ ਕਾਹਤੇ ਮੁੜ ਮੁੜ ਕੇ ਰਤਨ ਕਿਹਾ ਹੈਗਾ, ਇਹ ਜਿਹੜੀ ਗੁਰਬਾਣੀ ਹੈਗੀ ਆ ਸਾਡੀ ਰਤਨ ਹੈਗੀ ਆ, ਇਸ ਤੋਂ ਕੋਈ ਹੋਰ ਕੀਮਤੀ ਕੋਈ ਚੀਜ਼ ਨਹੀਂ ਹੈਗੀ। ਜਿਸ ਲਈ ਅਸੀਂ ਇੱਥੋਂ ਜਾਣਾ ਹੈਗਾ ਇਹ ਗੁਰਬਾਣੀ ਸਾਡੇ ਨਾਲ ਜਾਣੀ ਹੈਗੀ ਆ। ਤੇ ਵੈਸੇ ਨਾ ਕਈਆਂ ਟੀਚਰਸ ਨੇ ਵੀ ਦੱਸਿਆ ਹੈ ਸਾਨੂੰ ਵੀ ਜਿਹੜਾ ਨਾ ਪਹਿਲਾ ਗਿਆਨ ਹੈਗਾ ਜਿਹੜਾ ਸਾਡੇ ਅੰਦਰ ਬੈਠਾ ਹੈਗਾ ਉਹਨੂੰ ਬਾਹਰ ਕੱਢਣਾ ਬਹੁਤ ਮੁਸ਼ਕਿਲ ਹੈਗਾ। ਉਸ ਨੂੰ ਬਾਹਰ ਕੱਢਣਾ ਜਿਹੜਾ ਦੂਸਰੀ ਗੱਲ ਹੈਗੀ ਉਹ ਤਾਂ ਉੱਪਰ ਓਵਰਲੈਪ ਕਰਕੇ ਅਸੀਂ ਨਵਾਂ ਪਾਉਣਾ ਬੜਾ ਸੌਖਾ ਹੈਗਾ। ਪਰ ਜਿਹੜਾ ਪਹਿਲਾ ਗੱਲ ਹੈਗਾ ਮੈਂ ਅੱਜ ਦੀ ਮੁੜ ਮੁੜ ਕੇ ਇਹ ਬੇਨਤੀ ਕਰਦਾ ਕਿ ਕਈ ਜਿਹੜੇ ਹੈਗੇ ਨਾ ਅਸੀਂ ਕਰਮਕਾਂਡ ਕਰਦੇ ਹੈਗੇ, ਵਹਿਮ ਭਰਮ ਕਰਦੇ ਹੈਗੇ ਆ, ਉਹ ਤੁਸੀਂ ਉਹਨਾਂ ਨੂੰ ਪਹਿਲਾਂ ਕੱਢੋ, ਜਿੰਨੇ ਵੀ ਕੱਢ ਹੁੰਦੇ ਵੱਧ ਤੋਂ ਵੱਧ ਕੱਢੋ ਤੇ ਫਿਰ ਤਾਂ ਕਿ ਗੁਰੂ ਦਾ ਸ਼ਬਦ ਅਸੀਂ ਆਪਣੇ ਮਨ ਵਿੱਚ ਬਿਠਾ ਸਕੀਏ। ਫਿਰ ਮੈਂ ਮੁੜ ਕੇ ਉਹ ਕਹਿੰਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਕਿੱਥੋਂ ਆਇਆ ਹੈਗਾ। ਓ ਮਾਈ ਮਾਈਂਡ ਯੂ ਆਰ ਦੀ ਐਂਬੈਡੀਮੈਂਟ ਆਫ ਗੋਡ ਆਫ ਲਾਈਟ। ਤੇ ਆਪਣੇ ਮੂਲ ਨੂੰ ਪਛਾਣ। ਮਹਾਰਾਜ ਨਾ ਦੇਖੋ ਸਾਨੂੰ ਕਿੰਨੇ ਆਪਣੀ 10ਵੇਂ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਬਾਰ ਕੇ ਸਾਰਾ ਕੁਝ ਕਰਕੇ ਸਾਨੂੰ ਕਿੰਨਾ ਸਾਨੂੰ ਈਜ਼ੀ ਕਰ ਦਿੱਤਾ ਹੈਗਾ। ਕੀ ਕਹਿੰਦੇ ਹੈਗੇ ਆ, ਉਹ ਕਹਿੰਦੇ ਹੈ ਕਿ ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੁਖਨ ਕੋ ਹਰਤਾ, ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ बीच ना आयो। ਉਹ ਸਾਨੂੰ ਕਿੰਨਾ ਕਹਿੰਦੇ ਹੈਗੇ ਆ, ਉਹਨੇ ਸਾਰਾ ਕੁਝ ਸਰਬੰਸ ਵਾਰਤਾ, ਸਾਡੀ ਖਾਤਰ ਸਾਰਾ ਕੁਝ ਕੀਤਾ, ਸਾਡੀ ਹਰ ਥਾਂ ਸਾਡੀ ਉਹ ਸਹਾਇਤਾ ਕਰਦੇ ਹੈਗੇ ਆ। ਉਹ ਕਹਿੰਦੇ ਹੈਗੇ ਸਭ ਕੋ ਕਾਲ ਸਭ ਕੋ ਕਰਤਾ, ਪਰਮਾਤਮਾ ਜਿਹੜਾ ਹੈਗਾ ਉਹ ਸਾਰਿਆਂ ਨੂੰ ਜੀਵ ਦਿੰਦਾ ਹੈਗਾ, ਜਿਹੜੀ ਸਾਨੂੰ ਸਾਡੀ ਲਾਈਫ ਦਿੰਦਾ ਹੈਗਾ ਤੇ ਸਾਨੂੰ ਮਾਰਦਾ ਵੀ ਹੈਗਾ। ਰੋਗ ਸੋਗ ਦੁੱਖਾਂ ਕੋ ਹਰਤਾ, ਉਹ ਸਾਰਿਆਂ ਦੇ ਜਿਹੜੇ ਰੋਗ ਹੈਗੇ ਆ ਉਹ ਸੋਗ ਪਏ ਹੁੰਦੇ ਆ ਉਹ ਸਾਰਿਆਂ ਨੂੰ ਹਟਾਉਂਦਾ ਹੈਗਾ। ਪਰ ਮਹਾਰਾਜ ਕੀ ਕਹਿੰਦੇ ਹੈਗੇ, ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ बीच ना आयो। बस मैं लास्ट लाइन ਇਹ ਰਹਿੰਦੀ ਹੈਗੀ ਆ, ਇੱਕ ਚਿੱਤ ਜੇ ਇੱਕ ਚਿੱਤ ਹੋ ਕੇ, ਇੱਦਾਂ ਨਹੀਂ ਕਿ ਸਾਡਾ ਧਿਆਨ ਤਾਂ ਕਿਤੇ ਉੱਧਰ ਹੈਗਾ, ਪਰ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ बीच ना आयो। ਜੇ ਤੁਸੀਂ ਇੱਕ ਮੂਮੈਂਟ ਵਾਸਤੇ ਵੀ ਉਸ ਬਾਈਬਲ ਦਾ ਜਾਪ ਕਰ ਲਓ ਤੇ ਫਿਰ ਅਸੀਂ ਕਾਲ ਫਾਸ ਦੇ ਵਿੱਚ ਨਹੀਂ ਆਉਂਦੇ ਹੈਗੇ। ਮੈਂ ਤੁਹਾਨੂੰ ਪਿਛਲੇ ਵਾਰ ਇੱਕ ਬੇਨਤੀ ਕੀਤੀ ਸੀਗੀ ਵੀ ਇਹਦਾ ਮਤਲਬ ਦੱਸੋ ਕੀ ਹੈਗਾ। ਕੱਚ ਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਮੈਂ ਕਿਹਾ ਤੁਸੀਂ ਤੁਹਾਨੂੰ ਹੋਮਵਰਕ ਹੈ, ਤੁਸੀਂ ਪੜ੍ਹ ਕੇ ਆਏ ਹੋ। ਇਹਦਾ ਹੈਗਾ ਮਤਲਬ ਕੱਚੀ ਪੱਕੀ ਉੱਥੇ ਪਾਏ। ਜੇ ਅਸੀਂ ਕੱਚੀ ਕਰਦੇ ਹਾਂ, ਪੱਕੀ ਕਰਦੇ, ਚਾਹੇ ਮਾੜੇ ਕੰਮ ਕਰਦੇ ਆ ਚਾਹੇ ਚੰਗੇ ਕੰਮ ਕਰਦੇ ਹੈਗੇ ਆ, ਉੱਥੇ ਸਾਡੇ ਉੱਥੇ ਕਿੱਥੇ ਜਿਸ ਵੇਲੇ ਧਰਮਰਾਜ ਦੇ ਸਾਹਮਣੇ ਹੋਣਾ ਹੈਗਾ, ਉੱਥੇ ਵੀ ਸਾਨੂੰ ਪਤਾ ਲੱਗਣਾ ਹੈਗਾ ਨਾਨਕ ਗਿਆ ਜਾਪੇ ਜਾਏ। ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਹੈਗੇ ਆ ਵੀ ਉੱਥੇ ਜਿਹੜੇ ਜਾਣਾ ਹੈਗਾ ਫਿਰ ਸਾਨੂੰ ਪਤਾ ਲੱਗਣਾ ਹੈਗਾ ਵੀ ਆਹ ਅਸੀਂ ਮਾੜੇ ਕੰਮ ਕਰਦੇ ਸੀਗੇ, ਆਹ ਚੰਗੇ ਕੰਮ ਕਰਦੇ ਸੀਗੇ। ਇਸ ਵਾਸਤੇ ਤੇ ਦੇ ਆਰ ਆਲ ਰਿਟਨ ਦੇਅਰ, ਦੇ ਵਿਲ ਬੀ ਪ੍ਰੂਵਡ, ਯੂ ਵਿਲ ਐਕਸਪੀਰੀਅੰਸ ਦੈਟ। ਸੋ ਇਹ ਮੇਰੀਓ ਭੈਣੋਂ ਬੀਬੀਓ, ਤੁਸੀਂ ਬਹੁਤ ਤਾਕਤ ਰੱਖਦੇ ਹੈਗੇ ਆ ਜੋ ਬੱਚਿਆਂ ਉੱਤੇ ਬਹੁਤ ਅਸਰ ਕਰ ਸਕਦੇ ਹੋ। ਗੁਰਬਾਣੀ ਸਿਖਾ ਲਓ, ਆਪ ਨਾਮ ਜਪੋ, ਦੂਜਿਆਂ ਨੂੰ ਨਾਮ ਜਪਾਵੋ। ਗੱਲਾਂ ਗਲਤੀਆਂ ਮੇਰੀਆਂ ਹੈਗੀਆਂ, ਜਿਹੜਾ ਅਸੂਲ ਹੈਗਾ ਗੁਰੂ ਦੀ ਸਿੱਖਿਆ ਹੈਗੀ ਆ ਉਸ ਦੇ ਉੱਤੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I need to make an apology first of all before I start, because the talk is going to be mainly in English, so I do apologise for that. So that's my first apologies. Right, to get into the talk, I'm just going to run through the aims and objectives of the talk first of all. Okay, the aims and objectives is to obviously look at the roles of the women in our history, and to look at the boggart side and the warrior side of the women that have given their sacrifices. And I tried to take this in a different way, if anything. Just like Uncle G did, he talked about something different, and I didn't want to come here and talk about just Sakya, because I thought we need to learn something in a different way. So I thought we could reflect on what they've done and try to implement it into our lives. So basically think about how did they get to the positions that they did, and why did they give the sacrifices did, and then how can we take all of that and put it into our lives. So that's what we'll be looking at. And the route that I've decided to take, well, Guru Sahib Ji has got me to take, is going through the Mool Mantra. And the reason why we're going through the Mool Mantra is because even my personal opinion that every time we take Gurbani, I think it creates more benefit for us
and our life is surrounded by Gurbani. Our whole origin is Gurbani, so we need to take it from that perspective. I think I also need to add that I apologise if I make any mistakes. I'm new to all of this, and that's been given seva, so I hope I can fill it to the best of my ability. Guru Kirpa Karan, and thanks to the Gurdwara, and thank you to Cause Corner really for even giving me the opportunity. Okay, so moving on. Okay, before we start, taking the support and Sahara Gurbani, I'm hoping that we can recite, all of us as Sangat together, sitting together. So Das will start, and if you could just repeat after me. You could just repeat after me. Ik oankar Satnam Karta Purkh Nirbhau Nirvair Akal Murth Ajuni Saipang Gur Prasad Jap Aad Sach Jugad Sach Happy Sach Nanak Hosi Pi Sach Vaheguru 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 Ji Ka Khalsa Vaheguru Ji Ki Fateh. Right, you're probably thinking why we went down the route of the Mool Mantar. The reason why we gone down the route of Mool Mantar is because our origins come from Gurbani, and when Guru Nanak Dev Sahib Ji Maharaj, when everyone thought he disappeared for the 3 days, when everyone thought he disappeared, he was actually immersed in God. He was immersed in God, and when he came back, he brought the Mool Mantar for us. And that Mool Mantra states the qualities of our God. They are all the qualities. And what's our goal in life is to be like God. So we need to become like God and implement those qualities into our life. And it's like we have a tree, and we need to be stuck to the roots in order to flourish. It's like our journey. The tree is like our journey, and if we're stuck to our roots, then we can flourish and keep going. And as you're going on your journey, you have, for example, it's like the leaves on a tree. When you're stuck to your roots, then the leaves are green, they're nice and dunghill, aren't they? But then when they start to wither, when they start to discolour, it's because of the fact that we're losing what we came here for. So that's why we need to be stuck to our origins, we need to be stuck to our roots. And we need to basically plant seed in order to go anywhere. And Gurbani says, Sakat Nirgune Arya Apna Mool Pachan. We need to know where we've come from. We need to understand where our origins are from. And why do we need to do this? Because Gurbani goes on and says, Khojat Khojat Khoj, Vicharyo Ram Nam Tat Sara. We need to khojna this. We need to khojna Gurbani. Why do we need to khojna Gurbani? Because rather than just listening, we can keep listening for ages, but we need to actually implement it into our lives. We need to understand what's the point of it all. That's the only way we can make change into our lives. And then what's the whole purpose of it all? Because as Gurbani says again, Kilvik Kate Nimk Aradya Gurmukh Par Utara, so that we can cross this world of Maya that we seem to be in, this existence, this false Maya that we're in. We need to be saved by taking the Sahara of Gurbani. And Gurbani, Guru Sahib Ji is amazing. He's given so many ways that we can be saved. We've got Kirtan, we've got Katha, and we've got Sangat, just like we're sitting in now. And then we've got our amazing role models who we're going to talk about today. Those role models that have created history for us, that have given up so much for us, and we forget sometimes to remember what they've done. They've placed us in such amazing positions.
and we need to reflect on what they've done rather than just listen to what they've done. So we need to think about what they've done by going through it in detail, and we want to be like them. So in order to be like them, we've got to get to know them, to really get to know them. And when we start to think about, when we start to get to know them, we'll realise that the reason why they got to such positions because they were living Gurbani. They were living Gurbani, they were living what our origin is, where we're trying to get to, what we're trying to achieve. Okay, starting off with the Mool Mantra then, Ik Oankar. Guru Sahib Ji says that Guru Sahib Ji says that God is one. God is one. He gives us everything. He gives us food, water. Every time we need something we don't even ask, and He gives us things. He gives us everything, and we get into such a position that we seem to think that we know it all, and we're just in this world, and Guru Sahib Ji doesn't just look after us. He's looking after everybody out there. We don't even know what's out there. We don't know what's out there. And it's like Gurbani says, God Brahmand, God Thakur Swami Sarvjiya Ka Datare. God doesn't look after just us. God knows how much He's looking after. And Guru Sahib Ji is that Jyot that is living in with all of us. That same Jyot that is in with you, with anybody that's sitting in this room, and sitting within me, anybody. It's that same Jyot. Guru Sahib Ji does not discriminate. He is one. He doesn't discriminate caste, creed, gender, nothing. And that's why Gurbani says, Sab hai Jyot, Jyot hai soe, Dis de chanan, Sab hai chanan hoye. And we don't understand that, unfortunately. We seem to forget that Guru Sahib Ji is residing in all of us. And sometimes we go through phases where we're doing India of other people, and we don't realise that that person is actually from the same origin of where we're from as well, and we forget that. Going back to inspirational women, going back in the day, when we think about women were really oppressed, just generally in terms of equality. We had issues, stuff like Parda, where women had to put a veil on their faces, unfortunately, so women were seen as always unequal to the man. There was dowry, where when the girl was married off, then she, along with being married off, the parents had to give belongings as well, and it must have been a really sad position that if you were in a poor family, you had to give stuff as well as your daughter. And then we had sati, stuff like burning of the widows. When a husband used to die, then the woman was also burnt alive. And Guru Sahib Ji took us out of that position. Sikhi is amazing like that. Sikhi took us out of this. Our Guru Sahib Ji took us out of this and showed that there's no difference between a man and a woman. There's no difference whatsoever. And Gurbani says that from woman, man is born. Within woman, man is conceived. To woman, he's engaged and married. So then why do we discriminate? Why are we making differences when woman is the sole family unit, and we've got to such a position that the woman is not only looking after the kids at home, she's also doing jobs outside nowadays. She's able to be a doctor, she's able to be a teacher, she's able to do anything she wants. She's doing all the things that a man can do. And something I forgot to mention, I just want you to put into perspective really, that our Guru Sahib Ji takes care of all of us, and he doesn't discriminate whatsoever. Sometimes when we think he does, he doesn't. And there's a story that I read and I think it's necessary to share just to put things into context. There was this Ganika, a prostitute. Now, she obviously never did anything good in her life. Never did anything good in her life, unfortunately. It's just where you karma. But then Guru Sahib Ji does things for us. And when he wants to change our karma, it could be in an instant. And one day, sadhus came to her house. These sadhus that came to her house, she got to do seva of these sadhus. And obviously her karma was changing at this point, thanks to Guru's kripa. And when the sadhus were leaving, she started crying. She cried because she was like,
she felt something. When you find a soul that's is in touch with God, you feel that pull, and you don't want to let go of that person. So she wanted to be saved as well, and she wanted to be saved. So she said to Sadhu, "Please save me." And so what they did, they gave her a parrot, and they said, "Teach this parrot how to say Ram." So she started teaching the parrot saying Ram all her life. And the amazing thing is that as she was teaching it to say Ram, even when the parrot wasn't there, she started saying Ram, Ram, Ram all the time, and it had gone into her heart. So she was saved because she was saying Ram. Look how things had changed for her. And she was only reciting Kirtan Naam. Imagine if you're saying Guru Mantra Naam, how would our lives have changed? What could happen to us if we're saying Guru Mantra Naam? We've been given it. We just don't jump on it to bed, unfortunately. Now that is just an example to show us that with nobody, no matter how bad you are, no matter how good you are, Guru Sahib will be there for us, and he will look after us no matter what. Going back to Inspiration Women, Guru Sahib has given us everything. Like we say, today the woman is a main unit of the family. She's able to do anything. And why have we got to this position today? The reason is obviously our Guru Sahibs, they've given us so much, but look at our role models. It's because of their sacrifices that we are in this position. It's because of them that we can hold our heads up high and say, we're equal to men. Because of them, that we've got no discrimination. And the first lady that I'm going to talk about is Mata Bhagoji, otherwise known as Mai Bhago. This amazing lady showed that she's not only a Bhagat, she was also a warrior at the same time. She didn't show just strength in physicality, she showed strength in mind as well, which is what our aim is. She was ik with God, which is what our aim should be in life. Mataji, just going very briefly on her history, during 1705 at Anandpur Sahib, Guru Gobind Singh Ji was with his Singhs, and the Mughal forces were obviously trying to push Guru Gobind Singh Ji out of Anandpur Sahib, and our Guru Sahib Ji knows everything. He didn't need to go out, he didn't need to go out at all. But you know, like every single day we do ardasa, we ask for things, and Guru Sahib Ji listens to us, even if it's the most littlest thing that we ask for. And even at that time, Guru Sahib Ji listened to his Singhs because his Singhs were saying, let's leave, let's leave. We can't understand why they wanted to leave. We don't know. We have a very nice life. We have perfect houses. We get food, drink. What were their lives like? They weren't probably getting food. They weren't probably getting water properly. They didn't have sleep. We don't know what their lives were like. So they just wanted to go. So Guru Sahib Ji listen to them, just like he listens to us now. Guru Sahib Ji listens to us at every single point. When we need help, he's always there for us. And so Guru Sahib Ji left, and when they left, unfortunately, the Mughal forces went back on their word, and they were getting ready to attack, unfortunately. And the Singhs at this point they were probably tired, hungry, just wanting to go home, and they decided to leave. They said they wanted to leave, and Guru Sahib Ji said, "Chal theek hai, if that's what you want to do that." He's not going to stay. Our Guru Sahib Ji doesn't force anybody to do anything. Everything in Sikhi is done out of love. If you want to do that, do that. But if you're going to leave, then write me a note saying that we're not your disciples and I'm not your guru. That must have been a really heart-wrenching moment. Only they can know how they felt at that point. Now, out of all those things, some of those things must have thought, I can't do that. This is my guru. I'm here to give everything to him. How can I do such a thing? So 40 Singhs still managed to write and sign it and say, and wrote on there, we're not your disciples, and you're not my guru. And so they went back to their village. When they went back to their village, you can imagine what people were like, what their wives were like. They thought, can't believe you've come back. The faith that you're meant to have on your guru, you've given it up. The one person that's ready to give you everything, you've given it up just for these pleasures of sitting at home. That's what you've done. And then there's some people that have more love for Sikhi and want to take a more active role. And Mataji was one of those people. She took a more active role. She thought, can't believe you've done this to my Guru Sahib Ji. How could you do this?
How could you give up on everything that he's done for you? So she called them cowards, and she told them, if you can't do this properly, fine, I'll go. We'll do the men's jobs for you. If you can't do it, we'll go to our guru because we have more faith. So she left and she went to the battle where she fought. And she took the ladies with her as well of the village. So she went and she fought valiantly like any man would do. She took upon an amazing role. And when Guru Sahib Ji found her, she was a sole survivor. And the amazing thing about this all is that Guru Sahib Ji not only probably would have been happy with the fact that she fought, he probably thought, what an amazing lady is the fact that she's been an inspiration. Those 40 Singhs came back to fight. Why did they come back? Because she inspired them. She had taught them through physical, she taught everyone that she's physically has a lot of strength, but mentally she has a lot of strength. What an amazing lady she must have been. And what's the reason for that? Because she was living according to Hukam, she was living according to Gurbani, which is what our aim should be. And we need to think, how can we possibly be like her? We need to walk on the path as well. Like, that's it. Oh God, moving on to Satnam. Okay, Sat meaning truth. Satnam meaning only the name is truth. Everything else here is false. Everything else, when we go to work, anything that we do is false. Only the name is going to help us get across. And constantly we're told Sikhs are learners, and it's true. That's the first thing that I learned. Sikh is a learner. And then when you keep learning, you realise that a Sikh is a disciple. And if you're truly a disciple, what do? You walk on the path of truth. And what is this path of truth? Path of truth meaning we're not here to oppress anybody. That's not our job. We're here to speak the truth. No matter how hard times will get, we must be here to speak the truth. And although this talk is about inspiration women, I thought we need to put things into context. And Guru Tegh Bahadur Sahib Ji Maharaj is a perfect example to show us this. Guru Sahib Ji, he fought for another religion. He stood up for another faith. And he showed us that when the Singhs were getting martyred in front of him, he didn't move. He stayed there, and he took Shahidi himself for another faith. He didn't need to do that. Why did he do that? For us not, so we could see, how do you walk on the path of truth? Even when times get the worst, we can't even face such times like that. Nothing for us can get worse than that. Look what kind of things he faced. He saw his Singhs getting martyred in front of him, and then he took martyrdom himself. Amazing, Awuza, absolutely amazing. And if we're going on to inspirational women, there's a Rani Jind called Maharani Jinda. She was the wife of Maharaja Ranjit Singh, and this lady, we could probably associate to her more so now because it was a time of politics, and this is when Maharaja Ranjit Singh Ji passed away, and the British were there as well. And obviously her son was next in line, Dalip Singh, and he was only 5 years old at the time, so he couldn't really do anything. So she had to step up to the mark, and she had to do something about it and take over, and she had to throw herself into politics. And we know what politics is like. It's not exactly the best game to be in. Anyone that's in politics, it's really hard to speak the truth. Really hard to speak the truth. So, but she stuck to her ways, and she said, I'm not going to go against telling lies. And the British absolutely feared her because she kept speaking the truth. That's what kind of lady she was. She spoke the truth. They feared her. They feared her so much that they kept her in jail for 13 years. They kept her in jail 13 years away from her son, just because of the fact that they couldn't take her telling the truth. And we face such situations, smallest situations such as work, and we have to succumb to telling little lies just to get what we want. And look at this lady, she was kept away 13 years from her son, and she still kept telling the truth. The British feared her so much that when she was brought to England,
they didn't, when her son wanted to cremate her in India, they didn't let her go back into a certain place because they didn't like what she fought for. That's the kind of presence she had created. That's the kind of presence that we need to create in our lives, like those women did. Okay. Moving on to Karta Purkh. Okay, Vaheguru. Karta Purkh, Vaheguru Ji does everything for us. Like I said before, he gives us food, he gives us water, he gives us kirpa, the fact that we're sitting here in Sangat. We're given everything. We go to work. We don't face any problems every single day. And then what we need to think about is then how do we implement being Karta Purkh in our lives? And the only way we can do that is, I was listening to Katha, and Babaji in this Katha says, you need to become Karta yourself. What do I mean by Karta? It means you need to make an effort. You need to make an effort. If he does everything for us, then the least we can do is make an effort for him. That's the least we can do. And it's an example. An example is, a week ago at school when I did Saturday school, and one of my students came up to me just randomly and she started saying, Miss, I do a Mool Mantra Jap at the Gurdwara, and I was like, that's amazing, you're very blessed to be doing that. And then she said, I do it every single day at the Gurdwara. I thought, you're very blessed because I don't do anywhere near as that what you're doing. And at such an age, being year 9 and you doing that, seriously well done, you keep on that path. And then I asked her, I said, so do you want to walk on this path then? Because that's amazing. So Guru's Kirpa, the fact that you're doing Mool Mantra Jap, and she said to me, she goes, Miss, I don't want to force myself. Whenever it happens, it's going to happen. Whenever God's going to take me this way, He will, no matter how long it takes. And I said, Chal theek hai, it's true, it's all the Guru's Kirpa, it's going to happen when it's going to happen. But I said, you need to make an effort, bear this in mind. I understand the fact that we shouldn't force, because when we force, it leads to frustrations, doesn't it? And even Mahapurukhs have said that you need to do things slowly because Sikhi is love. We're not forcing anything. Sikhi doesn't force us to do anything, and anything that's done out of love, that's the only way we can cross this world. Because Guru Sahib, what does Guru Sahib ask from us? Just love. He doesn't ask for anything else from us. That's all that he's asking from us. And back to the story, she said to me, I don't want to be forced, and I said, fine, just take your time. But I said, make that effort by maybe just getting up, listening to Jap. You say, don't get up at 4, don't get up at 5 if you can't. Slowly, do it at 7, just put it on in the background. Just put it on in the background. And something must have clicked. It's all Guru's Kirpa. She came back to me 3 days later and she goes, Miss, I'm starting to read my Japji Sahib. And I thought, are you sure you want to read it? And she goes, yeah, she doesn't want to read it. It's in English, but she goes, I feel like reading it. And I thought, that's it, Guru's blessing, well done. You keep on the path. Guru Sahib will do everything for you. You just keep going. And I just walked by smiling because I thought, that's amazing. And that's her effort that she's making. And it comes down to the fact that if we're making this effort, then